ਆਰੰਭਤਾ ਜਿਹੜੀ ਹੈ ਸੂਖਸ਼ਮ ਅਰਦਾਸ ਰਾਹੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਰਕੇ ਗੁਰੂ ਸਾਹਿਬ ਜੀ ਕੋ ਅਨੁਮਤੀ ਲੈਂਦੇ ਹੋਇਆ ਕੈਂਪ ਦੀ ਆਰੰਭਤਾ ਕਰਦੇ ਹਾਂ ਜੀ। ਗੁਰੂ ਸਾਹਿਬ ਰਹਿਮਤ ਬਖਸ਼ਿਸ਼ ਕਰਨ, ਸੱਚੇ ਪਿਤਾ ਵਾਹਿਗੁਰੂ ਜੀਓ। ਸੋ ਸਮੂਹ ਸੰਗਤ ਜੋ ਕਿ ਸਟੂਡੈਂਟ ਅਤੇ ਟਰਸਟੀ ਸਾਹਿਬਾਨਾਂ ਦੇ ਰੂਪ ਵਿੱਚ ਜੁੜੀ ਹੈ, ਦਾਸ ਦੀ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਕੈਂਪ ਦੀ ਆਰੰਭਤਾ ਕਰੀਏ, ਮੈਂ ਕੁਝ ਜਿਹੜੀ ਸੰਸਥਾ ਇਸ ਕੈਂਪ ਨੂੰ ਲਗਾ ਰਹੀ ਹੈ, ਸਤਨਾਮ ਸਰਵ ਕਲਿਆਣ ਟਰਸਟ, ਉਸ ਬਾਰੇ ਮੈਂ ਕੁਝ ਸ਼ਬਦ ਆਪ ਜੀ ਨਾਲ ਸਾਂਝ ਪਾਉਣੇ ਜ਼ਰੂਰੀ ਸਮਝਦਾ ਹਾਂ, ਕਿਉਂਕਿ ਇਸ ਸਾਰੇ ਕਾਰਜ ਦੇ ਪਿੱਛੇ ਬਿਲਕੁਲ ਅਸੀਂ ਇੱਕ ਨਿਸ਼ਾਨ ਸਾਹਿਬ ਹੇਠ ਇੱਕ ਮਰਿਆਦਾ ਨੂੰ ਸਮਰਪਿਤ ਸਾਡਾ ਇਹ ਟਰਸਟ ਹੈ। ਪਰ ਫਿਰ ਵੀ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਕਿਸੇ ਨਾ ਕਿਸੇ ਸੁਸਾਇਟੀ ਨੂੰ, ਟਰਸਟ ਨੂੰ, ਜਥੇਬੰਦੀ ਨੂੰ ਇੱਕ ਨਾਮਕਰਨ ਕਰਨਾ ਪੈਂਦਾ ਹੈ। ਉਸ ਦੇ ਨਾਮਕਰਨ ਹੇਠ, ਉਸ ਦੀ ਹੋਂਦ ਦੇ ਹੇਠ ਇਹ ਗੁਰਮਤ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੁੰਦਾ ਹੈ। ਸੋ ਸਤਨਾਮ ਸਰਵ ਕਲਿਆਣ ਟਰਸਟ ਪਿਛਲੇ ਕਾਫੀ ਲੰਬੇਰੇ ਸਮੇਂ ਤੋਂ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰ ਰਿਹਾ, ਪਿਛਲੇ ਕਾਫੀ ਲੰਬੇ ਸਮੇਂ ਤੋਂ ਯਤਨ ਜਹਿਦ ਕਰਦਾ ਹੋਇਆ ਇਹ ਟਰਸਟ ਤਕਰੀਬਨ 250 ਤੋਂ 300 ਸਕੂਲ ਜਿਹੜੇ ਨੇ ਉਹ ਰੈਗੂਲਰ ਦੇ ਵਿੱਚ ਤੇ ਵਿਜ਼ਿਟਿੰਗ ਦੇ ਵਿੱਚ ਬੱਚਿਆਂ ਨਾਲ ਜੁੜਿਆ ਹੈ। ਤਕਰੀਬਨ 1.25 ਲੱਖ ਤੋਂ 1.5 ਲੱਖ ਦੇ ਆਸ-ਪਾਸ ਗਿਣਤੀ ਵੱਧਦੀ ਘਟਦੀ ਰਹਿੰਦੀ ਹੈ। ਇਹ ਬੱਚਾ ਇਹਨਾਂ ਸਕੂਲਾਂ ਦੇ ਵਿੱਚ ਤਕਰੀਬਨ ਇੰਨੇ ਬੱਚੇ ਕਵਰ ਕਰ ਰਿਹਾ ਹੈ। ਇਸ ਅਧੀਨ ਹੀ ਚੱਲਦੇ ਕਾਰਜਾਂ ਦੇ ਵਿੱਚ ਹਰ ਸਾਲ ਤਕਰੀਬਨ 3,500 ਤੋਂ 4,000 ਬੱਚੇ ਕੇਸ ਰੱਖਦੇ ਨੇ। ਟਰਸਟ ਦੇ ਸੇਵਾ ਸਦਕਾ, ਟਰਸਟੀਆਂ ਦੀ ਮਿਹਨਤ ਸਦਕਾ, ਸੁਪਰਵਾਈਜ਼ਰ, ਪ੍ਰੋਗਰਾਮ ਮੈਨੇਜਰ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਤਕਰੀਬਨ 4,000 ਬੱਚਾ ਹੀ ਹਰ ਸਾਲ ਅੰਮ੍ਰਿਤਪਾਨ ਕਰਦਾ ਹੈ। ਇਸ ਤੋਂ ਇਲਾਵਾ ਸਹਿਜ ਪਾਠ ਆਰੰਭ ਕੀਤੇ ਜਾਂਦੇ ਨੇ। ਸਹਿਜ ਪਾਠ ਵੀ ਤਕਰੀਬਨ ਹਰ ਸਾਲ ਅਸੀਂ 7,000 ਤੋਂ 7,500 ਜਿਹੜੇ ਬੱਚੇ ਜਿਹੜੇ ਨੇ ਉਹ ਸਹਿਜ ਪਾਠ ਕਰਦੇ ਨੇ। ਇਸ ਸਾਰੇ ਕਾਰਜ ਪਿੱਛੇ ਟਰਸਟ ਦਾ ਉਦੇਸ਼ ਕੀ ਹੈ? ਟਰਸਟ ਦਾ ਉਦੇਸ਼ ਹੈ ਕਿ ਸੋਨੇ ਵਰਗੇ ਪ੍ਰੋਫੈਸ਼ਨਲ ਗੁਰਸਿੱਖ ਉਸਾਰਨੇ, ਤਾਂ ਕਿ ਅਸੀਂ ਉਹ ਪ੍ਰੋਫੈਸ਼ਨਲ ਗੁਰਸਿੱਖ ਜਿਹੜੇ ਸੋਨੇ ਵਰਗੇ ਨੇ, ਜੈਸੇ ਸਤ ਮੰਦਨ ਕੰਚਰ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਇਸ ਨਜ਼ਰੀਏ ਅਧੀਨ ਕਿ ਅਸੀਂ ਸੁਸਾਇਟੀ ਨੂੰ, ਸਮਾਜ ਨੂੰ ਸੋਨੇ ਵਰਗੇ ਪ੍ਰੋਫੈਸ਼ਨਲ ਗੁਰਸਿੱਖ ਜਿਹੜੇ ਆ ਉਹ ਪ੍ਰੋਵਾਈਡ ਕਰ ਸਕੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੁਸਾਇਟੀ ਦੇ ਵਿੱਚ ਨਿਗਾਰ ਆ ਰਿਹਾ ਉਸ ਨੂੰ ਅਸੀਂ ਥੰਮ ਸਕੀਏ। ਸੋ ਸੋਨੇ ਵਰਗੇ ਗੁਰਸਿੱਖਾਂ ਦੀ ਅਸੀਂ ਘਾਟ ਘੜਨ ਵਾਸਤੇ ਰਾਹੇ ਬਗਾਏ ਜਿਹੜੇ ਹੈ ਉਹ ਗੁਰਮਤ ਕੈਂਪ, ਕੈਰੀਅਰ ਕੈਂਪ, ਪ੍ਰੋਫੈਸ਼ਨਲ ਕੈਂਪ ਜੋ ਅੱਜ ਅਸੀਂ ਆਰੰਭ ਕਰ ਰਹੇ ਹਾਂ, ਤੇ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਦੀ ਹੈਲਪ ਤਕਰੀਬਨ 200-250 ਸਕੂਲ ਜਿਹੜੇ ਉਸ ਦੀ ਹੈਲਪ, ਉਹਨਾਂ ਸਕੂਲਾਂ ਨੂੰ ਕੁਝ ਮਦਦ ਕਰਕੇ, ਕੁਝ ਧਨ ਰਾਸ਼ੀ ਦੇ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਆਪ ਜੀ ਆਪਣੇ ਸਕੂਲ ਦੇ ਵਿੱਚ ਸਮਾਰਟ ਐਜੂਕੇਸ਼ਨ ਨੂੰ, ਤਾਂ ਕਿ ਐਜੂਕੇਸ਼ਨ ਦਾ ਪੱਧਰ ਵੀ ਬੱਚਿਆਂ ਦੇ ਵਿੱਚ ਉੱਪਰ ਜ਼ਿਆਦਾ ਵਧੀਆ ਚੁੱਕਿਆ ਜਾਵੇ, ਉਸ ਦੀ ਹੈਲਪ ਕਰਨ ਵਾਸਤੇ ਜਿਹੜੇ ਹੈ ਸਮਾਰਟ ਐਜੂਕੇਸ਼ਨ ਨੂੰ ਅਸੀਂ ਪ੍ਰੋਤਸਾਹਿਤ ਕਰਦੇ ਹਾਂ। ਇਸ ਦੇ ਅਧੀਨ ਹੀ ਸਾਡੇ ਟਰਸਟੀ ਸਾਹਿਬਾਨ ਜੋ ਕਿ ਸਰਦਾਰ ਹਰਕੀਰਤ ਸਿੰਘ ਜੀ, ਸਰਦਾਰ ਦੁਸ਼ਯੰਤ ਸਿੰਘ ਜੀ ਆਹਲੂਵਾਲੀਆ, ਡਾਕਟਰ ਕਮਲਜੀਤ ਸਿੰਘ ਜੀ ਹੋਣੀ, ਉਹਨਾਂ ਦੀ ਸੋਚ ਵੀ ਇਹੀ ਹੈ ਟਰਸਟ ਨੂੰ ਸਮਰਪਿਤ ਕਿ ਕੌਮ ਦੀ ਉਸਾਰੀ ਦੇ ਵਿੱਚ ਇਹ ਪ੍ਰੋਫੈਸ਼ਨਲ ਗੁਰਸਿੱਖ, ਜਿੱਥੇ ਇੱਕ ਬਹੁਤ ਵਧੀਆ ਗੁਰਸਿੱਖ ਹੋਣ, ਉੱਥੇ ਇੱਕ ਵਧੀਆ ਇਨਸਾਨ ਹੋਣ ਅਤੇ ਉੱਥੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਹੋਣ, ਤਾਂ ਕਿ ਸਮਾਜ ਨੂੰ ਤੇ ਸੁਸਾਇਟੀ ਨੂੰ ਇੱਕ ਚੰਗੀ ਦੇਣ ਅਸੀਂ ਦੇ ਸਕੀਏ। ਆਪਣੇ ਪੰਥੀਆਂ ਕੌਮ ਬਾਰੇ ਸੋਚਦਿਆਂ ਅਸੀਂ ਸਮਾਜ ਦੀ ਉੱਨਤੀ ਦੀ ਭਲਾਈ ਬਾਰੇ ਵੀ ਸੋਚਦੇ ਹਾਂ। ਸੋ ਇਸ ਸਾਰੇ ਸ਼ਡਿਊਲ ਦੇ ਅਧੀਨ ਤਕਰੀਬਨ ਹਰ ਸਾਲ ਹੀ 125 ਤੋਂ ਲੈ ਕੇ 150 ਦੇ ਕਰੀਬ ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪ ਦੀ ਹੈਲਪ ਕੀਤੀ ਜਾਂਦੀ ਹੈ, ਤਾਂ ਕਿ ਉਹ ਆਪਣੇ ਪ੍ਰੋਫੈਸ਼ਨਲ ਕੋਰਸਾਂ ਨੂੰ, ਇੱਕ ਕਹਾਵਤ ਹੁੰਦੀ ਸੀ ਪੁਰਾਣੇ ਸਮੇਂ ਦੇ ਵਿੱਚ ਕਿ ਦਿੱਲੀ ਜਾਣ ਦਾ ਰਸਤਾ ਤਾਂ ਸਾਰੇ ਦੱਸ ਦਿੰਦੇ ਨੇ ਪਰ ਕਿਰਾਇਆ ਕੋਈ ਨਹੀਂ ਦਿੰਦਾ, ਪਰ ਉਸ ਕਹਾਵਤ ਨੂੰ ਝੂਠਾ ਕਰਦਿਆਂ ਹੋਇਆਂ ਸਤਨਾਮ ਟਰਸਟ ਵੱਲੋਂ ਇਹ ਵੱਡਾ ਜਿਹੜਾ ਪ੍ਰੋਗਰਾਮ ਹੈ ਪ੍ਰੋਫੈਸ਼ਨਲ ਕੋਰਸਾਂ ਦੀ ਸਕਾਲਰਸ਼ਿਪ ਦੇ ਅਧੀਨ
ਜਿੱਥੇ ਅਸੀਂ ਕੋਰਸਾਂ ਦਾ ਰਾਹ ਦੱਸਦੇ ਹਾਂ ਕੈਰੀਅਰ ਕੈਂਪਾਂ ਰਾਹੀਂ ਜਾਂ ਕੈਰੀਅਰਸ ਬੁੱਕ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ, ਉੱਥੇ ਹੀ ਅਸੀਂ ਉਸ ਏਮ ਤੱਕ ਪਹੁੰਚਣ ਤੱਕ ਉਹਨਾਂ ਦੀ ਹੈਲਪ ਵੀ ਕਰਦੇ ਹਾਂ ਸਕਾਲਰਸ਼ਿਪ ਪ੍ਰੋਵਾਈਡ ਕਰਕੇ। ਸੋ ਤਕਰੀਬਨ ਹਰ ਸਾਲ ਹੀ ਅਸੀਂ 125 ਤੋਂ 150 ਬੱਚਿਆਂ ਨੂੰ ਸਕਾਲਰਸ਼ਿਪ ਦੀ ਹੈਲਪ ਦੇ ਕੇ ਉਹਨਾਂ ਦੇ ਮਿੱਥੇ ਉਦੇਸ਼ ਤੱਕ ਅਸੀਂ ਉਹਨਾਂ ਨੂੰ ਪਹੁੰਚਾਉਣ ਦਾ ਯਤਨ ਕਰਦੇ ਹਾਂ। ਅਤੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਬੱਚਿਆਂ ਦੀ ਹੈਲਪ ਕੀਤੀ ਗਈ, 350 ਬੱਚਾ ਜਿਹੜਾ ਇਸ ਸਕਾਲਰਸ਼ਿਪ ਦਾ ਲਾਹਾ ਲੈ ਕੇ ਆਪਣੇ ਕੋਰਸਾਂ ਨੂੰ ਪੂਰਾ ਕਰ ਚੁੱਕਿਆ। ਉਸ ਦੇ ਵਿੱਚ ਕੁਝ ਡਾਕਟਰ ਨੇ, ਕੁਝ ਇੰਜੀਨੀਅਰ ਨੇ, ਕੁਝ ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਜਿਹੜੇ ਪਹੁੰਚ ਗਏ ਨੇ, ਉਹਨਾਂ ਦੀ ਹੈਲਪ ਕਰਕੇ ਅਸੀਂ ਸੁਸਾਇਟੀ ਨੂੰ ਉਹ ਪ੍ਰੋਵਾਈਡ ਕੀਤੇ ਨੇ। ਸੋ ਇਸ ਸਾਰੇ ਉਦੇਸ਼ ਅਧੀਨ ਅਸੀਂ ਰਾਹੇ ਬਗਾਏ ਟਰਸਟ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਉਹ ਚੱਲਦਾ ਰਹਿੰਦਾ ਹੈ ਤੇ ਤਨਦੇਹੀ ਨਾਲ ਟਰਸਟੀ ਸਾਹਿਬਾਨ ਤੋਂ ਲੈ ਕੇ ਟੀਚਰ ਸਾਹਿਬਾਨ ਤੱਕ ਇਸ ਮਿੱਥੇ ਪ੍ਰੋਗਰਾਮ ਨੂੰ ਲੀਕਣ ਵਾਸਤੇ ਸੇਵਾ ਪ੍ਰਤੀ ਸਮਰਪਿਤ ਹੁੰਦਿਆਂ ਹੋਇਆਂ ਟਰਸਟ ਦੀ, ਕੌਮ ਦੀ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਸੁਚੱਜੀ ਸੁਸਾਇਟੀ ਬਣਾਉਣ ਵਾਸਤੇ ਯਤਨਸ਼ੀਲ ਹੁੰਦੇ ਨੇ। ਸੋ ਆਓ, ਮੈਂ ਹੁਣ ਬਹੁਤਾ ਸਮਾਂ ਨਾ ਲੈਂਦਾ ਹੋਵਾਂ, ਬੇਨਤੀ ਕਰਾਂਗਾ ਡਾਕਟਰ ਕਵਲਜੀਤ ਸਿੰਘ ਜੀ ਨੂੰ, ਜੋ ਕਿ ਸਾਡੀ ਟਰਸਟੀ ਸਾਹਿਬਾਨ ਦੀ ਟੀਮ ਵੱਲੋਂ, ਟਰਸਟ ਵੱਲੋਂ ਇਸ ਪ੍ਰੋਫੈਸ਼ਨਲ ਕੋਰਸ ਨੂੰ ਕੋਆਰਡੀਨੇਟ ਵੀ ਕਰਦੇ ਨੇ। ਰਾਹੇ ਬਗਾਏ ਇਹਨਾਂ ਕੈਂਪਾਂ ਦੇ ਵਿੱਚ ਉਹ ਵੀ ਯਤਨਸ਼ੀਲ ਰਹਿੰਦੇ ਨੇ। ਇਹ ਸਾਰੀ ਉਹਨਾਂ ਦੀ ਦੇਖ ਹੇਠ ਹੁੰਦਾ ਹੈ। ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਹੁਣ ਅਗਲੇ ਪ੍ਰੋਗਰਾਮ ਵਾਸਤੇ ਅਤੇ ਇਸ ਪ੍ਰੋਫੈਸ਼ਨਲ ਕੋਰਸ ਕੈਂਪ ਦੇ ਵਾਸਤੇ ਕੁਝ ਬਚਨ ਆਪਣੇ ਸਾਂਝੇ ਪਾਉਣ। ਮੈਂ ਬੇਨਤੀ ਕਰਦਾ ਹਾਂ ਡਾਕਟਰ ਕਮਲਜੀਤ ਸਿੰਘ ਜੀ ਨੂੰ ਕਿ ਉਹ ਅਗਲੀ ਕਾਰਵਾਈ ਜਿਹੜੀ ਹੈ ਆਪਣੀ ਸਾਂਝ ਪਾਉਣ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਤੁਸੀਂ ਸਤਨਾਮ ਸਰਵ ਕਲਿਆਣ ਟਰਸਟ ਦੇ ਪਰਿਵਾਰ ਨਾਲ ਜੁੜੇ ਹੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਤੁਸੀਂ ਬੱਚਿਓ ਪ੍ਰੋਫੈਸ਼ਨਲ ਸਟੂਡੈਂਟਸ ਹੋ ਤੇ ਸਤਨਾਮ ਸਰਵ ਕਲਿਆਣ ਟਰਸਟ ਦੀਆਂ ਤੁਹਾਡੇ ਤੋਂ ਕੁਝ ਐਕਸਪੈਕਟੇਸ਼ਨਸ ਵੀ ਹਨ, ਉਹ ਮੈਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਗੁਰੂ ਸਾਹਿਬ ਨੇ ਸਾਨੂੰ 3 ਮੁੱਢਲੇ ਸਿਧਾਂਤ ਦਿੱਤੇ ਸਨ: ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੁਹਾਡੀ ਬੱਚਿਓ ਕਿਰਤ ਕਿਹੜੀ ਹੋਣੀ ਚਾਹੀਦੀ ਹੈ? ਤੁਹਾਡੀ ਮੁੱਢਲੀ ਕਿਰਤ ਫੋਕਸਡ ਸਟੱਡੀਜ਼, ਖੂਬ ਮਿਹਨਤ ਕਰਕੇ ਧਿਆਨ ਨਾਲ ਤੇ ਪੂਰੀ ਇਮਾਨਦਾਰੀ ਨਾਲ ਆਪਣੀ ਪੜ੍ਹਾਈ ਕਰਨੀ ਹੈ। ਪੜ੍ਹਾਈ ਦੇ ਵਿੱਚ ਚੰਗੇ ਨੰਬਰ ਲੈਣੇ ਹਨ, ਜੀਵਨ ਦੀ ਬੁਲੰਦੀਆਂ ਨੂੰ ਛੂਹਣਾ ਹੈ ਤੇ ਤੁਸੀਂ ਗੁਰਸਿੱਖ ਰੋਲ ਮਾਡਲ ਬਣਨਾ ਹੈ। ਅਸੀਂ ਜਿਵੇਂ ਵੀਰ ਜੀ ਦੱਸ ਰਹੇ ਸੀ, ਸੋਨੇ ਵਰਗੇ ਗੁਰਸਿੱਖ ਬਣਨਾ ਹੈ। ਦੂਸਰੀ ਗੱਲ ਸੀ ਨਾਮ ਜਪੋ। ਅਸੀਂ ਬੱਚਿਓ ਨਿਤਨੇਮੀ ਹੋਣਾ ਹੈ। ਅਸੀਂ ਜੋ ਵੀ ਸੇਧ ਲੈਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਚੋਂ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਜੀਵਨ ਜਾਚ ਮਿਲਣੀ ਹੈ। ਅਸੀਂ ਜਪਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਤੇ ਹੋਰ ਬਾਣੀਆਂ ਦਾ ਪਾਠ ਰੈਗੂਲਰਲੀ ਕਰਨਾ ਹੈ ਤੇ ਨਾਲ ਦੀ ਨਾਲ ਅਸੀਂ ਸਹਿਜ ਪਾਠ ਨਾਲ ਵੀ ਜੁੜਨਾ ਹੈ। ਇਹ ਤੁਹਾਡੇ ਧਾਰਮਿਕ ਸਟੇਟਸ ਨੂੰ ਅਸੀਂ ਟਾਈਮ ਟੂ ਟਾਈਮ ਚੈੱਕ ਵੀ ਕਰਦੇ ਰਵਾਂਗੇ ਤੇ ਤੁਹਾਨੂੰ ਅਸੀਂ ਹਰ 2 ਮਹੀਨੇ ਬਾਅਦ ਅਸੀਂ ਕੁਝ ਪੰਕਤੀਆਂ ਭੇਜਦੇ ਹਾਂ, ਕੁਝ ਆਰਟੀਕਲ ਭੇਜਦੇ ਹਾਂ, ਉਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ, ਉਹਨਾਂ ਦਾ ਜਵਾਬ ਦੇਣਾ ਹੈ ਤੇ ਇਹ ਤੁਹਾਡੇ ਤੋਂ ਅਸੀਂ ਨਾਮ ਜਪੋ ਤੇ ਧਾਰਮਿਕ ਸਟੇਟਸ ਦੀ ਐਕਸਪੈਕਟੇਸ਼ਨ ਕਰਦੇ ਹਾਂ। ਤੀਸਰੀ ਗੱਲ ਹੈ ਗੁਰੂ ਸਾਹਿਬ ਨੇ ਜਿਹੜੀ ਕਹੀ, ਵੰਡ ਛਕੋ। ਦਸਵੰਧ ਦਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਅਸੀਂ ਗੁਰਮਤ ਵੰਡਣ ਦੀ ਗੱਲ ਕਰਨੀ ਹੈ, ਕਿਸੇ ਦੇ ਕੰਮ ਆਉਣਾ ਹੈ, ਸਾਡਾ ਜੀਵਨ ਸੇਵਾ ਵਾਲਾ ਹੋਣਾ ਹੈ। ਅਸੀਂ ਸੱਚੀ ਸੁੱਚੀ ਕਿਰਤ ਵੱਲ ਤੁਰਨਾ ਹੈ। 10 ਨੂਆਂ ਦੀ ਕਿਰਤ, ਠੱਗੀ ਠੋਰੀ ਨਹੀਂ ਕਰਨੀ, ਅਸੀਂ ਰਿਸ਼ਵਤ ਵਾਲੇ ਪਾਸੇ ਨਹੀਂ ਜਾਣਾ, ਗਰੀਬ ਦੀ ਮਦਦ ਕਰਨੀ, ਸਰਬੱਤ ਦਾ ਭਲਾ, ਇਹ ਜੀਵਨ ਅਸੀਂ ਇਹ ਸੇਵਾ ਵਿੱਚ ਸਮਰਪਿਤ ਕਰਨਾ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ, ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਕਿਉਂਕਿ ਅਸੀਂ ਜੋ ਵੀ ਅਸੀਂ ਐਕਸਪੈਕਟੇਸ਼ਨ ਕਰਦੇ ਹਾਂ ਉਹ ਗੁਰੂ ਦੇ ਆਸ਼ੇ ਮੁਤਾਬਿਕ ਕਰਦੇ ਹਾਂ। ਅਸੀਂ ਕੋਈ ਵੀ ਕੰਮ ਆਰੰਭਣਾ ਹੈ, ਅਰਦਾਸ ਕਰਨੀ, ਹਰ ਵੇਲੇ ਸ਼ੁਕਰਾਨਾ, ਉਸ ਗੁਰੂ ਦਾ ਸ਼ੁਕਰਾਨਾ ਜਿਹਨੇ ਸਾਨੂੰ ਸਭ ਕੁਝ ਦਿੱਤਾ ਹੈ। ਅਸੀਂ ਸੰਗਤ ਕਿਹੋ ਜਿਹੀ ਕਰਨੀ ਹੈ? ਸਤ ਸੰਗਤ। ਅਸੀਂ ਅੱਛੀ ਸੰਗਤ, ਗੁਰੂ ਦੀ ਸੰਗਤ ਹਮੇਸ਼ਾ ਲੈਣੀ ਹੈ। ਮਿੱਠਾ ਬੋਲਣਾ, ਨਿਮਰਤਾ, ਖਿਮਾ, ਜੀਵਨ ਵਿੱਚ ਅਨੁਸ਼ਾਸਨ, ਇਹ ਅਸੀਂ ਅਪਣਾਉਣੇ ਨੇ।
ਇਹ ਨਿਮਣ ਸੁ ਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ। ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਜੀਵਨ ਦੇ ਵਿੱਚ ਢਾਲਣੀਆਂ ਹਨ। ਅਸੀਂ ਕਿਸੇ ਨੂੰ ਜੇ ਅਸੀਂ ਚੰਗਾ ਨਹੀਂ ਬੋਲਦੇ ਤੇ ਚੁੱਪ ਕਰ ਜਾਣਾ ਹੈ। ਅਸੀਂ ਕੋਈ ਸਾਡੇ ਨਾਲ ਮੰਦਾ ਬੋਲਦਾ ਹੈ ਤੇ ਅਸੀਂ ਉਸ ਨੂੰ ਮੰਦਾ ਨਹੀਂ ਬੋਲ ਕੇ ਜਵਾਬ ਦੇਣਾ। ਅਸੀਂ ਗੁਰੂ ਸਾਹਿਬ ਨੇ ਵੀ ਕਿਹਾ ਹੈ, ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ ਲੁਝੀਏ। ਇਹ ਸਾਰੀਆਂ ਚੀਜ਼ਾਂ ਅਸੀਂ ਇਸ ਆਸ਼ੇ ਦੇ ਮੁਤਾਬਿਕ ਸਤਨਾਮ ਸਰਵ ਕਲਿਆਣ ਟਰਸਟ ਵੱਲੋਂ ਇਹ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ। ਤੁਸੀਂ ਇਹਨਾਂ ਗੁਰੂ ਦੇ ਦੱਸੇ ਹੋਏ ਉਦੇਸ਼ਾਂ ਦੇ ਨਾਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਪਹਿਰਾ ਦੇਣਾ ਹੈ। ਸੱਚੇ ਸੁੱਚੇ ਗੁਰਸਿੱਖ ਪ੍ਰੋਫੈਸ਼ਨਲ ਬਣਨਾ ਹੈ। ਮੈਂ ਇਹਨਾਂ ਸ਼ਬਦਾਂ ਦੇ ਨਾਲ ਬਹੁਤਾ ਆਪਣੇ ਆਪ ਨੂੰ ਵਿਰਾਮ ਦਿੰਦਾ ਹਾਂ। ਬਹੁਤਾ ਸਮਾਂ ਨਹੀਂ ਤੇ ਮੈਂ ਅੱਜ ਦੇ ਸਾਡੇ ਪਹਿਲੇ ਸਪੀਕਰ ਹਨ ਡਾਕਟਰ ਰੁਪਿੰਦਰਜੀਤ ਕੌਰ ਜੀ। ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹਨ, ਗੁਰਸਿੱਖ ਪ੍ਰੋਫੈਸ਼ਨਲ, ਰੋਲ ਮਾਡਲ ਸਾਡੇ ਲਈ। ਕਿਵੇਂ ਉਹਨਾਂ ਨੇ ਬਹੁਤ ਕਾਲਾਂ ਕਾਲ ਕੇ ਪੜ੍ਹਾਈ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਕਾਲਜ ਤੋਂ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਦੇ ਇਹ ਡਿਪਾਰਟਮੈਂਟ ਦੇ ਵਿੱਚ ਪਹੁੰਚੇ ਹਨ, ਉੱਚੀ ਪਦਵੀ ਤੇ ਪਹੁੰਚੇ ਹਨ। ਔਰ ਗੁਰਸਿੱਖੀ ਵਾਲਾ ਜੀਵਨ, ਜਿੱਥੇ ਉਹ ਇੱਕ ਮਾਤਾ ਖੀਵੀ ਨੂੰ ਉਹ ਲੈ ਕੇ ਰੋਲ ਮਾਡਲ ਲੈ ਕੇ ਆਪਣੇ ਬੱਚਿਆਂ ਦਾ, ਆਪਣੇ ਸਟੂਡੈਂਟਸ ਦਾ ਉਹ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਸਿਖਾਉਂਦੇ ਹਨ। ਉੱਥੇ ਅੱਜ ਅਸੀਂ ਇਹਨਾਂ ਦੇ ਤੁਹਾਨੂੰ ਰੂਬਰੂ ਕਰਾ ਰਹੇ ਹਾਂ। ਉਹ ਤੁਹਾਡੇ ਨਾਲ ਇਹ ਰੂਬਰੂ ਹੋ ਰਹੇ ਹਨ ਤੇ ਉਹ ਤੁਹਾਡੇ ਨਾਲ ਆਪਣੇ ਜੀਵਨ ਤੋਂ ਤੇ ਗੁਰੂ ਸਾਹਿਬ ਦੇ ਉਦੇਸ਼ਾਂ ਦੇ ਮੁਤਾਬਿਕ ਤੁਹਾਡੇ ਨਾਲ ਲਾਈਫ ਮੈਨੇਜਮੈਂਟ ਤੇ ਉਹ ਤੁਹਾਡੇ ਨਾਲ ਗੱਲ ਕਰਨਗੇ। ਮੈਂ ਉਹਨਾਂ ਨੂੰ ਸੱਦਾ ਦਿੰਦਾ ਹਾਂ ਤੇ ਉਹ ਤੁਹਾਡੇ ਨਾਲ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਰਗੇਨਾਈਜ਼ਰਸ ਦਾ ਮੈਂ ਬਹੁਤ ਥੈਂਕਸ ਕਰਦੀ ਹਾਂ। ਮੈਨੂੰ ਇਹ ਹਰ ਵਾਰੀ ਮੌਕਾ ਦਿੰਦੇ ਹੋ ਜਿਹੜਾ ਤੁਸੀਂ ਬੱਚਿਆਂ ਨਾਲ ਇੰਟਰੈਕਟ ਕਰਨ ਦਾ। ਇਸ ਤਰ੍ਹਾਂ ਲੱਗਦਾ ਹੈ ਕਿ ਆਪਣੀ ਵੀ ਗਰੋਥ ਹੁੰਦੀ ਹੈ ਇਹਦੇ ਨਾਲ। ਜਦੋਂ ਅਸੀਂ ਇਹ ਗੱਲਬਾਤ ਕਰਦੇ ਹਾਂ, ਬੱਚਿਆਂ ਨੂੰ ਕੁਝ ਦੱਸਦੇ ਹਾਂ ਤੇ ਇੱਕ ਫਲੈਸ਼ਬੈਕ ਆਪਣਾ ਵੀ ਆ ਜਾਂਦਾ ਹੈ ਨਾਲ ਹੀ। ਸੋ ਦੈਟ ਇਜ਼ ਰੀਅਲੀ ਗ੍ਰੇਟ। ਮੈਂ ਕੋਈ ਵੀ ਟਾਈਮ ਲਏ ਬਿਨਾ ਮੈਂ ਆਪਣੀ ਪ੍ਰੈਜੈਂਟੇਸ਼ਨ ਲਾਈਫ ਮੈਨੇਜਮੈਂਟ ਦੇ ਉੱਪਰ ਬੱਚਿਆਂ ਦੇ ਨਾਲ ਸ਼ੇਅਰ ਕਰ ਰਹੀ ਹਾਂ। ਹਰਦੀਪ ਸਿੰਘ ਜੀ, ਮੈਂ ਸਕਰੀਨ ਸ਼ੇਅਰ ਕਰਨਾ ਚਾਹ ਰਹੀ ਹਾਂ। ਮੇਰਾ ਉਹ ਡਿਸੇਬਲ ਹੋਇਆ ਹੋਇਆ। ਜਿੰਨੀ ਦੇਰ ਸਕਰੀਨ ਨਹੀਂ ਸ਼ੇਅਰ ਹੁੰਦੀ ਤੁਸੀਂ ਸ਼ੁਰੂ ਕਰ ਲਓ। ਠੀਕ ਹੈ ਜੀ, ਓਕੇ। ਸੋ ਮੇਰਾ ਅੱਜ ਮੈਨੂੰ ਟੌਪਿਕ ਦਿੱਤਾ ਗਿਆ ਲਾਈਫ ਮੈਨੇਜਮੈਂਟ। ਮੈਂ ਸਭ ਤੋਂ ਪਹਿਲਾਂ ਮਤਲਬ ਇੱਕ ਚੀਜ਼ ਬਹੁਤ ਇੰਪੋਰਟੈਂਟ ਸ਼ੇਅਰ ਕਰਨਾ ਚਾਹੁੰਦੀ ਹਾਂ। ਲਾਈਫ ਵਟ ਇਜ਼ ਲਾਈਫ ਐਕਚੁਅਲੀ? ਇਹ ਲਾਈਫ ਸਿਰਫ ਇੱਕ ਖਾ ਪੀ ਲਿਆ, ਸੌ ਲਿਆ, ਇੰਜੋਏ ਕਰ ਲਿਆ, ਕੀ ਅਸੀਂ ਇਸੇ ਨੂੰ ਲਾਈਫ ਕਹਿੰਦੇ ਹਾਂ? ਬਹੁਤ ਲੰਬਾ ਜੀ ਲਿਆ। ਸਲੂਜਾ ਸਰ ਜੀ, ਕੋਈ ਤੁਹਾਨੂੰ ਮੇਰੇ ਖਿਆਲ ਕੁਝ ਮੰਗ ਰਹੇ ਨੇ, ਥੋੜੀ ਡਿਸਟਰਬੈਂਸ ਹੋ ਜਾਏਗੀ। ਨਹੀਂ, ਜਿੰਨੀ ਦੇਰ ਤੁਹਾਡੀ ਸਕਰੀਨ ਨਹੀਂ ਕੰਟੀਨਿਊ ਹੁੰਦੀ ਤੁਸੀਂ ਉਨੀ ਦੇਰ ਕੰਟੀਨਿਊ ਕਰਦੇ ਚਲੇ ਜਾਓ। ਅਸੀਂ ਜੇ ਕੋਈ ਟੈਕਨੀਕਲ ਹਿੱਚ ਹੈ ਤਾਂ ਅਸੀਂ ਦੇਖ ਲੈਂਦੇ ਹਾਂ। ਠੀਕ ਹੈ ਜੀ, ਠੀਕ ਹੈ, ਮੈਂ ਕੰਟੀਨਿਊ ਕਰ ਰਹੀ ਹਾਂ। ਓਕੇ। ਸੋ ਮੈਂ ਜੋ ਗੱਲ ਕਰ ਰਹੀ ਸੀ ਕਿ
ਲਾਈਫ ਐਕਟ, ਹਾਂਜੀ ਮੈਨੂੰ ਇੱਕ ਮੈਂ ਆਇਆ ਗੁਰਮੀਤ ਸਿੰਘ ਜੀ ਵੱਲੋਂ, ਟੂ ਅਕੰਪਲਿਸ਼ ਯੋਰ ਗੋਲ ਇਨ ਲਾਈਫ। ਹੁਣ ਗੋਲ ਇਨ ਲਾਈਫ ਅਕੰਪਲਿਸ਼ ਹੋ ਗਿਆ, ਇਜ਼ ਦੈਟ ਲਾਈਫ? ਜੇ ਅਕੰਪਲਿਸ਼ ਹੋ ਗਿਆ ਕੀ ਸਾਡੀ ਖਤਮ ਹੋ ਜਾਂਦੀ ਹੈ? ਨਹੀਂ, ਫਿਰ ਅਸੀਂ ਇੱਕ ਨਵੇਂ ਗੋਲ ਰੱਖ ਲੈਂਦੇ ਹਾਂ। ਸੋ ਇਟ ਕੰਟੀਨਿਊਸ, ਇਟਸ ਸਮਥਿੰਗ ਇਨ ਕੰਟੀਨਿਊਟੀ। ਆਈ ਹੋਪ ਕਿ ਕਿਸੇ ਨੂੰ ਵੀ ਅੰਗਰੇਜ਼ੀ ਵਿੱਚ ਪ੍ਰੋਬਲਮ ਨਹੀਂ ਹੈ, ਜੇ ਹੈਗੀ ਤਾਂ ਮੈਨੂੰ ਮੈਸੇਜ ਕਰ ਦਿਓ, ਮੈਂ ਵਿੱਚ ਇੰਗਲਿਸ਼ ਦੇ वर्ड्स यूज करा कि नहीं, कि सिर्फ पंजाबी? जरूर करो जी, जरूर करो, ये प्रोफेशनल स्टूडेंट्स ने। ओके, दैट्स गुड। सो जिथे आप चल रहे सी, सो लाइफ, मैंने बड़ा अच्छा जवाब आया सी कि लाइफ दा गोल इज वेरी इंपॉर्टेंट। ऑफ कोर्स लाइफ दे असी गोल बनाते हैं, बहुत इंपॉर्टेंट है, बट एक गोल जो खत्म हो जाता है, अकंपलिश हो जाता है, फिर असी दूसरे गोल ते भी आ जाते हैं। That is also normal। तो ये भी एक continuous process है। तो पहली चीज आ गई, तुसी सारे जेड़े भी मेरे पार्टिसिपेंट हो, तुसी ये लिख के रख सकते हो, अपना एक कॉपी छोटी जी बना लो, लाइफ इज अ continuous process, पहली लाइन लिख लो ਉਹਦੇ ਵਿੱਚ, बहुत इंपॉर्टेंट। ठीक है जी, ਹੁਣ continuous process हो गया। उस तो बाद बहुत इंपॉर्टेंट गल, लाइफ इज नॉट अबाउट क्वांटिटी बट क्वालिटी। एक लाइन होर मैं ਤੁਹਾਨੂੰ कर ਦਿੱਤੀ, आई होप सब ਨੂੰ समझ आ गई कि ਇਹ नहीं है कि किन्नी देर जीए, किन्नी इंजॉय किया, किन्ना 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 ਅਸੀਂ ਕਈ ਵਾਰੀ ਕਾਊਂਟ ਕਰਨ ਲੱਗ ਜਾਂਦੇ ਆ। ਸੋ ਲਾਈਫ ਇਜ਼ ਨਾਟ ਅ ਕਾਊਂਟ। ਛੋਟੀ ਚੀਜ਼ ਨੂੰ ਹੀ ਜਦੋਂ ਅਸੀਂ ਬਹੁਤ ਕੁਆਲਿਟੀ ਨਾਲ ਜੀ ਲਿਆ ਜਾਂ ਕੁਆਲਿਟੀ ਨਾਲ ਉਹਦੀ, ਹੁਣ ਤੁਸੀਂ ਪੁੱਛੋਗੇ, ਤੁਹਾਡੇ ਮਨ 'ਚ ਸਵਾਲ ਆਏਗਾ, ਵਟ ਇਜ਼ ਕੁਆਲਿਟੀ? ਇਹਦੇ ਬਾਰੇ ਅਸੀਂ ਅੱਜ ਗੱਲ ਕਰਨੀ ਹੈ। ਦਿਸ ਇਜ਼ ਵਟ ਵੀ ਵਿਲ ਟਾਕ। ਇੱਕ ਵਾਰ ਹਾਂਜੀ, ਸਕਰੀਨ ਸ਼ੇਅਰ ਦੀ ਟਰਾਈ ਕਰਕੇ ਦੇਖੋਗੇ ਜੀ? ਹਾਂਜੀ ਮੈਂ ਕਰ ਰਹੀ ਹਾਂ ਸਰ। ਮੈਨੂੰ ਦੱਸਿਆ ਨਹੀਂ ਗਿਆ ਸੀਗਾ ਪਹਿਲਾਂ ਵੀ ਆਪ ਵੀ ਸਕਰੀਨ ਸ਼ੇਅਰ ਕਰਨਾ ਚਾਹੁੰਦੇ ਹੋ। ਤੁਸੀਂ ਆਪਣਾ ਮਾਈਕ ਬੰਦ ਕਰ ਲਿਆ ਜੀ, ਅਨਮਿਊਟ ਕਰੋ ਆਪਣੀ। ਹਾਂਜੀ ਹੁਣ ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਸੋ ਮੈਂ ਆਲਰੇਡੀ ਉਸੇ ਸਲਾਈਡ ਤੇ ਸੀਗੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ। ਪਹਿਲੀ ਚੀਜ਼ ਬਹੁਤ ਇੰਪੋਰਟੈਂਟ, ਉਸ ਤੋਂ ਵੀ ਪਹਿਲਾਂ ਆਪਾਂ ਕਰ ਲਿਆ, ਲਾਈਫ ਇਜ਼ ਅ ਕੰਟੀਨਿਊਸ ਪ੍ਰੋਸੈਸ। ਦੂਸਰੀ ਚੀਜ਼, ਲਾਈਫ ਇਜ਼ ਨਾਟ ਅਬਾਊਟ ਕੁਆਂਟੀਟੀ, ਇਟ ਇਜ਼ ਅਬਾਊਟ ਕੁਆਲਿਟੀ। ਤੇ ਅੱਜ ਜਿਹੜੇ ਅਸੀਂ ਮੈਂ ਜੋ ਲੈਕਚਰ ਦੇਣ ਜਾ ਰਹੀ ਹਾਂ, ਉਹਦੇ 'ਚ ਮੇਰਾ ਮੇਨ ਫੋਕਸ ਇਹ ਹੈ, ਵਟ ਇਜ਼ ਕੁਆਲਿਟੀ ਆਫ ਲਾਈਫ। ਠੀਕ ਹੈ ਜੀ, ਇਹ ਹੁਣ ਅਗਲੀਆਂ ਮੇਰੀਆਂ ਸਲਾਈਡਸ ਇਹਦੇ ਵੱਲ ਫੋਕਸਡ ਹੋਣਗੀਆਂ। ਉਸ ਤੋਂ ਬਾਅਦ ਜਿਹੜੀ ਚੀਜ਼ ਹੈ ਕਿ ਲਾਈਫ ਨੀਡਸ ਫ੍ਰੀਕੁਐਂਟ ਐਡੀਟਿੰਗ। ਐਡਿਟ ਕਰਦੇ ਹਾਂ ਅਸੀਂ ਦਿਨ ਰਾਤ, ਅਸੀਂ ਫੋਨ ਤੇ ਵੀ ਕੀਪ ਔਨ ਐਡੀਟਿੰਗ ਹੁੰਦੇ, ਸਾਨੂੰ ਸਭ ਨੂੰ ਪਤਾ ਹੈ। ਐਂਡ ਇਹਦੇ 'ਚ ਇੰਪੋਰਟੈਂਟ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਇਹ ਮੰਨ ਲੈਂਦੇ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਬਸ ਉਹ ਸਹੀ ਹੈ ਤੇ ਉਹ ਚੇਂਜ ਨਹੀਂ ਹੋਣਾ ਚਾਹੀਦਾ। ਬਟ ਦ ਫੈਕਟ ਇਜ਼, ਜੇ ਅਸੀਂ ਚੇਂਜ ਨਹੀਂ ਹੋਵਾਂਗੇ ਤਾਂ ਅਸੀਂ ਬਿਲਕੁਲ ਇੱਕ ਸਟੇਲ ਵਾਟਰ ਪੌਂਡ ਜਿਹਨੂੰ ਅਸੀਂ ਕਹਿੰਦੇ ਹਾਂ, ਬਿਲਕੁਲ ਵੀ ਇੱਕ ਹੁੰਦਾ ਵਹਿੰਦਾ ਦਰਿਆ, ਇੱਕ ਹੁੰਦਾ ਬਿਲਕੁਲ ਖੜਾ ਹੋਇਆ ਪਾਣੀ। ਇਹ ਦੋਨਾਂ ਵਿੱਚ ਬਹੁਤ ਫਰਕ ਹੈ। ਖੜੇ ਪਾਣੀ ਵਿੱਚ ਹਮੇਸ਼ਾ ਕਾਈ ਜੰਮੇਗੀ। ਸੋ ਵੀ ਹੈਵ ਟੂ ਬੀ ਅ ਫਲੋਇੰਗ ਵਾਟਰ ਆਲ ਦ ਟਾਈਮ। ਉਸ ਤੋਂ ਬਾਅਦ ਅਸੀਂ ਬਹੁਤ ਸਾਡਾ ਇੱਕ ਭੰਬੜ ਭੂਸਾ ਮਨ 'ਚ ਰਹਿੰਦਾ ਹੈ ਕਿ ਪਰਫੈਕਟ ਹੋਈਏ ਅਸੀਂ, ਵੀ ਨੀਡ ਸਮ ਪਰਫੈਕਸ਼ਨ, ਹਰ ਚੀਜ਼ 'ਚ ਪਰਫੈਕਸ਼ਨ। ਇੱਕ ਗੱਲ ਆਪਾਂ ਇੱਥੇ ਮੈਂ, ਜੇ ਅਸੀਂ ਗੁਰੂ ਸਾਹਿਬ ਦਾ ਬਾਣੀ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਕਰੀਏ, ਸਭ ਤੋਂ ਪਹਿਲਾਂ ਤਾਂ ਇਹੀ ਮੰਨ ਕੇ ਚੱਲਣਾ ਹੈ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੁੰਦਾ ਸਿਵਾਏ ਇਸਦੇ ਕਿ ਅਸੀਂ ਅਰਦਾਸ ਕਰਨੀ ਹੁੰਦੀ ਹੈ। ਤੇ ਜੋ ਸਾਡੇ ਕੋਲ ਜਿਸ ਤਰ੍ਹਾਂ ਆਂਦਾ ਹੈ ਅਸੀਂ ਉਸ ਨੂੰ ਹੀ ਐਕਸੈਪਟ ਕਰਨਾ ਹੁੰਦਾ ਹੈ, ਖੁਸ਼ ਹੋ ਕੇ। ਇਹ ਨਹੀਂ ਹੈ ਕਿ ਉਹ ਕਰਨਾ ਤੇ ਪਏਗਾ ਹੀ, ਹੁਣ ਕੀ ਹੋਏਗਾ, ਜੋ ਹੁਣ ਇਸ ਤਰ੍ਹਾਂ ਹੀ। ਇਹ ਵਾਲੀ ਦੇਰ ਆਰ ਟੂ ਐਸਪੈਕਟਸ, ਪੋਜ਼ਿਟਿਵ ਤੇ ਨੈਗੇਟਿਵ। ਜਿੰਨਾ ਅਸੀਂ ਪੋਜ਼ਿਟਿਵ ਹੋ ਕੇ ਉਸ ਪਰਮਾਤਮਾ ਦੀ ਰਜ਼ਾ ਨੂੰ ਐਕਸੈਪਟ ਕਰਦੇ ਹਾਂ, ਓਨਾ ਹੀ ਅਸੀਂ ਫਿਰ ਆਹ ਜਿਹੜੀ ਆ ਪਰਫੈਕਟ ਵਾਲੀ ਚੀਜ਼ ਹੈ ਨਾ, ਇਹ ਇੱਕ ਸਟ੍ਰੈਸ ਹੈ ਸਾਡੇ ਉੱਪਰ ਕਿ ਜਿਵੇਂ ਕਿ ਅਸੀਂ ਸਭ ਕੁਝ ਕਰ ਰਹੇ ਹੁੰਦੇ ਹਾਂ ਤੇ ਅਸੀਂ ਪਰਫੈਕਸ਼ਨ ਲਿਆਵਾਂਗੇ, ਇਹ ਖਤਮ ਹੋ ਜਾਂਦੀ ਹੈ ਆਟੋਮੈਟਿਕਲੀ। ਠੀਕ ਹੈ ਜੀ, ਔਰ ਇਹ ਕਦੇ ਮੰਨ ਕੇ ਕੋਈ ਜ਼ਰੂਰਤ ਨਹੀਂ ਹੈ, ਪਰਫੈਕਸ਼ਨ ਇਜ਼ ਓਕੇ, ਜਿੰਨੀ ਆ ਜਾਏ ਅਰਦਾਸ ਕਰੋ, ਬਟ not keep it as a stress in your mind। और सब तो important गल, बड़ी important line कि to live is the rarest thing in the world, most people exist। ਜਿਹੜੀ ਅਸੀਂ normal, ਮੈਂ ਤੁਹਾਨੂੰ ਕਹਿੰਦਾ, ਖਾਣਾ ਪੀਣਾ, ਹੱਸਣਾ ਸੌਣਾ, ਠੀਕ ਹੈ ਜੀ, ਇਹ ਜਿਹੜੀ ਸਾਰੀ ਚੀਜ਼ ਜੇ ਤੁਸੀਂ
ਆਪਾਂ ਬਾਣੀ ਦੇ ਆਧਾਰ ਤੇ ਚੱਲਦੇ ਹਾਂ ਤਾਂ ਸਾਡੀ ਸਪਿਰਿਚੁਅਲ ਸਟਰੈਂਥ ਹੀ ਸਾਨੂੰ ਕਿਤੇ ਹੋਰ ਲੈ ਜਾ ਰਹੀ ਹੈ ਕਿ ਵਿਸਰ ਗਿਆ ਹੈ ਮਰਨਾ, ਕਿਉਂਕਿ ਅਸੀਂ ਆਰਟ ਆਫ ਲਿਵਿੰਗ ਦੇ ਵਿੱਚ ਅਸੀਂ ਵੀ ਨੀਡ ਟੂ ਲਰਨ ਆਰਟ ਆਫ ਡਾਈਂਗ ਆਲਸੋ। ਉਹ ਵੀ ਆਪਣੇ ਉਹੀ ਅਸਲੀ ਚੀਜ਼ ਹੈ ਜਿਹੜੀ ਅਸੀਂ ਲਾਈਫ ਦੇ ਵਿੱਚ ਅਸੀਂ ਜੀਣੀ ਹੈ। ਬਟ ਇੱਥੇ ਮੇਰੀ ਉਹਦਾ ਮੈਂ ਪਰਸਪੈਕਟਿਵ ਛੋਟਾ ਰੱਖਿਆ ਔਰ ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਸਾਡਾ ਸਿਰਫ ਇਹੀ ਪਰਪਸ ਨਹੀਂ ਹੋਣਾ ਚਾਹੀਦਾ ਕਿ ਬਸ ਖਾ ਲਿਆ ਪੀ ਲਿਆ ਸੌ ਲਿਆ ਔਰ ਇੰਜੋਏ ਕਰ ਲਿਆ। ਲਾਈਫ ਇਜ਼ ਸਮਥਿੰਗ ਈਵਨ ਮੋਰ ਇੰਪੋਰਟੈਂਟ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਸਲਾਈਡ ਸ਼ੋ ਕਰ ਰਹੀ ਹਾਂ। अच्छा, मेरी सारी स्क्रीन जो शो हो रही है, मेरी स्लाइड शो चो पिक्चर नहीं आ रही। आई होप है 2 नंबर स्लाइड सारे नू दिख रही है इत्थे। सर 2 नंबर स्लाइड मेरी दिख रही है? यस मैडम दिख रही है जी, बट ਉਹਦੇ ਤੇ ਸਕਰੀਨ ਦੇ ਕੁਝ ਸ਼ੋ ਨਹੀਂ ਹੋ ਰਿਹਾ ਜੀ। ਨਹੀਂ, ਇੱਥੇ ਸਾਈਡ ਤੇ ਲੈਫਟ ਸਾਈਡ ਤੇ ਜਿਹੜੀ ਮੇਰੀ ਛੋਟਾ ਜਿਹਾ ਆਈਕਨ ਜਿਹੜਾ ਦਿਖ ਰਹੀ ਹੈ, ਉਹ ਦਿਖ ਰਿਹਾ ਨਾ। ਹਾਂ, ਉਹੀ ਦੇਖਣਾ ਪਏਗਾ ਬਿਕੋਜ਼ ਇੱਥੇ ਪਿਕਚਰ ਡਿਸਪਲੇ ਨਹੀਂ ਹੋ ਪਾ ਰਹੀ ਕਿਸੇ ਤਰ੍ਹਾਂ। ਚਲੋ ਕੋਈ ਗੱਲ ਨਹੀਂ, ਉਨਾ ਹੀ ਇਨਫ ਹੈ। ਇਹ ਮੇਰੀ ਜਿਹੜੀ ਸਲਾਈਡ ਹੈ, ਇੱਕ ਸਿਰਫ ਅੱਧੇ ਮਿੰਟ ਦਾ ਮੈਂ ਪੌਜ਼ ਦੇ ਰਹੀ ਹਾਂ ਟੂ ਸੀ ਇਹਦੇ ਵਿੱਚ ਹੈ ਕੀ ਹੈ। ਔਰ okay, I'll give it a pause. All of us should think what it is actually. And ਜੇ ਮੈਂ ਪੁੱਛਣਾ ਸ਼ੁਰੂ ਕਰਦੇ ਹਾਂ, there are so many number of participants here, तो मैं direct interaction ਸ਼ਾਇਦ possible ਇੱਥੇ ਨਹੀਂ ਹੋ ਪਾ ਰਹੀ online ਚ। offline ਚ ਤਾਂ ਮੈਂ ਸਿੱਧਾ ਇਹ ਪੁੱਛਦੀ ਹਾਂ, I ask each and every person ਕਿ ਤੁਸੀਂ ਕੀ ਵੇਖਿਆ ਇਹਦੇ ਵਿੱਚ, and ਮੈਨੂੰ 90% 95% ਜਵਾਬ ਆਉਂਦਾ ਹੈ there is a black dot। ਹੁਣ ਵੀ ਤਕਰੀਬਨ ਸਾਡੇ ਮਾਈਂਡਸ ਦੇ ਵਿੱਚ ਆਂਦਾ ਹੀ ਹੋਏਗਾ that it is a black dot। Now life is not this black dot, life is there is a white area around that also। ਉਹਦੇ ਅਰਾਊਂਡ ਇੱਕ ਬਹੁਤ ਵੱਡਾ white area ਹੈ ਜਿਹਨੂੰ ਅਸੀਂ ਇਗਨੋਰ ਹੀ ਕਰ ਦਿੰਦੇ ਹਾਂ। ਅਸੀਂ ਵਾਈਟ ਵੱਲ ਜਿਹੜਾ ਸਾਡੇ ਇੰਨਾ ਸਗੋਂ ਪੋਜ਼ਿਟਿਵ ਇੰਨੀ ਵੱਡੀ ਚੀਜ਼ ਹੈ ਉਹ ਨਹੀਂ ਸਾਨੂੰ ਦਿਖ ਰਹੀ, ਔਰ ਇੱਕ ਛੋਟੀ ਜਿਹੀ ਬਲੈਕ ਚੀਜ਼ ਹੈ ਅਸੀਂ ਕਈ ਵਾਰੀ ਉੱਥੇ ਆਪਣਾ ਮਾਈਂਡ ਸਟਰਕ ਕਰਕੇ ਬੈਠ ਜਾਂਦੇ ਹਾਂ। ਅਸੀਂ ਉੱਥੇ ਹੀ ਅਸੀਂ ਵੀ ਸਾਡਾ ਉਹੀ ਹੋਇਆ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਦਿਸ ਇਜ਼ ਲਾਈਫ ਦਾ ਬਹੁਤ ਇੱਕ ਵੱਡਾ ਲੈਸਨ ਹੈ। if we could understand ਕਿ life is not this black hole, this black dot, life is actually everything around us, ਔਰ ਸਾਨੂੰ ਹਰ ਵੇਲੇ ਚੇਂਜ ਲਈ ਔਰ ਐਕਸੈਪਟ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਔਰ ਸਟਰਕ ਨਹੀਂ ਹੋਣਾ ਚਾਹੀਦਾ ਕਿ ਇੱਕ ਬਲੈਕ ਡਾਟ ਤੇ ਅਸੀਂ ਸਟਰਕ ਹੋ ਕੇ ਬਹਿ ਜਾਈਏ। ਕਰੀਅਰ ਹੈ, ਸਪੋਜ਼ ਅਸੀਂ ਮੰਨ ਲਿਆ ਕਿ ਮੈਂ ਤੇ ਇਹੀ ਬਣਨਾ ਸੀ, IAS ਕਰਨੀ ਸੀ, ਔਰ ਉੱਥੇ ਹੀ ਸਟਰਕ ਹੋ ਕੇ ਬਹਿ ਗਿਆ, ਹੋਰ ਕੁਝ ਨਹੀਂ ਆਪਣੇ opportunities ਦੇਖੀਆਂ, that means I am stuck and so on। Suppose I want to have a particular thing, ਬੱਚੇ ਛੋਟੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਆਹੀ ਵਾਲੀ ਟੌਫੀ ਲੈਣੀ ਹੈ ਤੇ ਉਹੀ ਲੈਣੀ ਹੈ, and we get stuck। ਇਹਦੇ ਵਿੱਚੋਂ ਨਿਕਲਣ ਲਈ ਵੀ ਸਾਨੂੰ ਜੇ ਤੁਸੀਂ ਰੈਗੂਲਰ, ਜਿਸ ਤਰ੍ਹਾਂ ਹੁਣੇ ਤੁਹਾਨੂੰ ਸਰ ਨੇ ਦੱਸਿਆ ਕਿ ਜੇ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਬਹੁਤ ਹਰ ਵੇਲੇ ਨਿਤਨੇਮ ਕਰਦੇ ਹਾਂ, ਦਿਨ ਸਵੇਰ ਸ਼ਾਮ ਅਰਦਾਸ ਕਰਦੇ ਹਾਂ, ਆਪਣੇ ਨਿਤਨੇਮ ਚ ਪੂਰਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਸਾਨੂੰ ਬਾਣੀ ਨੇ ਬਹੁਤ ਜ਼ਿਆਦਾ ਇਹ ਪਰਸਪੈਕਟਿਵ ਸਾਡਾ ਵਾਈਡ ਕਰਦਾ ਜਾਣਾ। ਜਿਵੇਂ ਜਿਵੇਂ ਤੁਸੀਂ ਬਾਣੀ ਪੜ੍ਹੀ ਜਾਣੀ, ਸਾਡਾ ਪਰਸਪੈਕਟਿਵ ਵਾਈਡ ਹੋਈ ਜਾਣਾ। ਦਿਸ ਇਜ਼ ਦ ਇੰਪੋਰਟੈਂਸ। ਇਹ ਸਿਰਫ ਇਸ ਕਰਕੇ ਨਹੀਂ ਹੈਗਾ ਕਿ ਅਸੀਂ ਕੋਈ ਬਸ ਇੱਕ ਨੇਮ ਹੈ ਜਿਹੜਾ ਪੂਰਾ ਕਰ ਲੈਣਾ ਹੈ। ਜਦੋਂ ਤੁਸੀਂ ਕਰਨਾ ਸ਼ੁਰੂ ਕਰੋਗੇ, ਯੂ ਵਿਲ ਫਾਈਂਡ ਕਿ ਇੱਕਦਮ ਲਾਈਫ ਦਾ ਕਿੱਦਾਂ ਚੇਂਜ ਆਉਂਦੀ ਹੈ। ਬਲੈਕ ਡਾਟ ਤੋਂ ਅਸੀਂ ਕਿੱਦਾਂ ਵਾਈਡਰ ਏਰੀਆ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਉਸ ਤੋਂ ਬਾਅਦ ਨਾਓ ਆਈ ਵਿਲ ਟਾਕ ਆਫ ਵਟ ਇਜ਼ ਮੈਨੇਜਮੈਂਟ, ਕਿਉਂਕਿ ਲਾਈਫ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ। ਮੈਨੇਜਮੈਂਟ 'ਚ ਬੇਸਿਕਲੀ 3 ਚੀਜ਼ਾਂ ਨੇ। ਕੁਛ ਜਦੋਂ ਵੀ ਅਸੀਂ ਕੋਈ ਚੀਜ਼ ਨੂੰ ਮੈਨੇਜ ਕਰਨਾ ਹੁੰਦਾ, ਹੁਣ ਕਮਰਾ ਖਲੇਰਾ ਪਿਆ ਹੋਇਆ ਪਿਆ ਰਹੇਗਾ, ਪਰ ਜਦੋਂ ਅਸੀਂ ਸੋਚ ਲਿਆ ਕਿ ਹੁਣ ਕਮਰੇ ਨੂੰ ਮੈਨੇਜ ਕਰਨਾ ਅਸੀਂ, ਫਿਰ ਅਸੀਂ ਪਲਾਨ ਕਰਾਂਗੇ ਕਿ ਕਿਹੜੀ ਚੀਜ਼ ਕਿੱਥੇ ਰੱਖਣੀ ਹੈ, ਫਿਰ ਅਸੀਂ ਉਹਨੂੰ ਆਰਗੇਨਾਈਜ਼ ਕਰਾਂਗੇ ਦਿਮਾਗ ਵਿੱਚ, ਸੈਟਿੰਗ ਬਣਾ ਲਾਂਗੇ, ਸੈਟਅਪ ਬਣਾਵਾਂਗੇ ਵੀ ਆਹ ਚੀਜ਼ ਇੱਥੇ ਹੋ ਕੇ ਇੱਦਾਂ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਹੋ ਕੇ ਠੀਕ ਰਹੇਗੀ, ਐਂਡ ਦੈਨ ਵੀ ਐਕਟ ਔਨ ਇਟ। ਉਸ ਤੋਂ ਬਾਅਦ ਅਸੀਂ ਉੱਤੇ ਐਕਟ ਕਰਦੇ ਹਾਂ। ਲਾਈਫ ਇਜ਼ ਜਸਟ ਲਾਈਕ ਦੈਟ। ਜੋ ਵੀ ਅਸੀਂ ਜਿਸ ਤਰ੍ਹਾਂ ਦਾ ਅਸੀਂ ਪਲੈਨਿੰਗ ਕਰ ਲਾਂਗੇ, ਉਸੇ ਤਰ੍ਹਾਂ ਦੀ ਸਾਡੀ ਆਰਗੇਨਾਈਜੇਸ਼ਨ ਤੇ ਸਾਡਾ ਐਕਸ਼ਨ ਬਣ ਜਾਣਾ ਹੈ। ਸੋ
ਵੀ ਨੀਡ ਟੂ ਪਲਾਨ ਵੈਲ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਪਲੈਨਿੰਗ ਅੱਛੀ ਚੀਜ਼ ਹੈ। ਹੁਣ ਇੱਥੇ ਮੈਂ ਥੋੜੀ ਜਿਹੀ ਹੁਣ ਬੱਚਿਆਂ ਦੇ ਦਿਮਾਗ 'ਚ ਆਏਗੀ ਕਿ ਇਹ ਤਾਂ ਕੌਂਟਰਾਡਿਕਟਰੀ, ਅਸੀਂ ਤਾਂ ਕੁਝ ਪਲਾਨ ਕਰ ਨਹੀਂ ਸਕਦੇ, ਸਾਰਾ ਕੁਝ ਤੇ ਪਰਮਾਤਮਾ ਦੇ ਹੱਥ ਹੈ। ਇੱਥੇ ਮੈਂ ਜਾਣਬੁੱਝ ਕੇ ਪੁਆਇੰਟ ਰੇਜ਼ ਕਰ ਰਹੀ ਹਾਂ ਬਿਕੋਜ਼ ਇੱਕ ਚੀਜ਼ ਹਮੇਸ਼ਾ ਧਿਆਨ 'ਚ ਰੱਖਣੀ ਕਿ ਪਲੈਨਿੰਗ ਜਿਹੜੀ ਹੈ ਉਹ ਫਿਰ ਉਹਦੇ ਹੁਕਮਾਂ ਦੇ ਅੰਡਰ ਹੀ ਹੋਏਗੀ ਹਮੇਸ਼ਾ। ਇਸ ਚੀਜ਼ 'ਚੋਂ ਕਦੇ ਬਾਹਰ ਆਪਣੇ ਆਪ ਨੂੰ ਨਾ ਨਿਕਲਣ ਦੇਣਾ ਪਲੀਜ਼, ਕਿ ਮਤਲਬ ਜੋ ਵੀ ਅਸੀਂ ਲਾਈਫ 'ਚ ਪਲੈਨਿੰਗ ਕਰਨੀ ਹੈ ਕਰ ਤੇ ਲੈਣੀ ਹੈ, ਪਰ ਅਰਦਾਸ ਕਰਕੇ ਔਰ ਉਹਦੇ ਹੁਕਮਾਂ ਦੇ ਅੰਡਰ ਅਰਦਾਸ ਨਾਲ ਕਰਨੀ। ਅਰਦਾਸ ਦਾ ਹਮੇਸ਼ਾ ਨਾਲ ਰੱਖਣਾ ਕਿ ਜਿਸ ਤਰ੍ਹਾਂ ਜੋ ਗੁਰੂ ਸਾਹਿਬ ਨੇ, ਜਿਸ ਤਰ੍ਹਾਂ ਜੋ ਪਰਮਾਤਮਾ ਨੇ ਸਾਡੇ ਲਈ ਮਿੱਥਿਆ, ਉਸ ਦੇ ਵਿੱਚ ਹੀ ਸਾਡੀ ਚੜ੍ਹਦੀ ਕਲਾ ਰਹੀ। ਸੋ ਅਲਟੀਮੇਟਲੀ ਜਿਹੜੀ ਸਾਡਾ ਰੀਚਿੰਗ ਪੁਆਇੰਟ ਹੈ, ਜਿੰਨੀ ਮਰਜ਼ੀ ਅਸੀਂ ਮੈਨੇਜਮੈਂਟ ਕਰਨੀ ਹੈ, ਸਭ ਕੁਝ ਕਰਨਾ ਬੜਾ ਜ਼ਰੂਰੀ ਹੈ, ਬਟ ਮੋਸਟ ਇੰਪੋਰਟੈਂਟ ਪਾਰਟ ਇਜ਼ ਅਸੀਂ ਆਪਣੀ ਉਸ ਪਰਮਾਤਮਾ ਦੀ ਰਜ਼ਾ ਨੂੰ ਆਪਣੇ ਅੰਦਰੋਂ ਜਾਣ ਨਹੀਂ ਦੇਣਾ। ਫਿਰ ਹੁਣ ਇੰਪੋਰਟੈਂਟ ਚੀਜ਼ ਹੈ ਕਿ ਵਾਈ ਡੂ ਵੀ ਐਕਚੁਅਲੀ ਨੀਡ ਟੂ ਮੈਨੇਜ ਲਾਈਫ। ਮੈਂ ਪਹਿਲਾਂ ਵੀ ਆਪਾਂ ਸ਼ੁਰੂ 'ਚ ਗੱਲ ਕੀਤੀ ਕਿ ਜੇ ਅਸੀਂ ਕੁਝ ਵੀ ਮੈਨੇਜ ਨਹੀਂ ਕਰਦੇ, ਜਿੱਦਾਂ ਹੁਣ ਕਮਰੇ ਦਾ ਖਲੇਰਾ ਹੀ ਹੈ, ਖਲੇਰਾ ਤੇ ਪਈ ਜਾਣਾ, ਠੀਕ ਹੈ ਜੀ। ਉਹ ਖਲੇਰੇ ਨੂੰ ਸੰਭਾਲਣ ਵਾਸਤੇ ਵੀ ਨੀਡ ਟੂ ਮੈਨੇਜ। ਦੋ ਚੀਜ਼ਾਂ ਲਈ ਸਾਨੂੰ ਮੈਨੇਜਮੈਂਟ ਬੜੀ ਜ਼ਰੂਰੀ ਹੈ, ਕਿਉਂਕਿ ਅਸੀਂ ਇੱਥੇ ਵਿਚਰ ਰਹੇ ਹਾਂ, ਵੀ ਆਰ ਸੋਸ਼ਲ ਬੀਇੰਗਸ ਆਲਸੋ। ਸਾਨੂੰ ਆਪਣਾ ਆਪ ਵੀ ਸਵਾਰਨਾ ਹੈ, ਆਪਣੇ ਆਪ ਨੂੰ ਇੱਕ ਹੈਪੀਨੈਸ ਤੋਂ ਫਿਰ ਅਸੀਂ ਗਰੋ ਵੀ ਕਰਨਾ ਹੈ, ਫਿਰ ਅਸੀਂ ਸੈਟਿਸਫੈਕਸ਼ਨ ਲੈਵਲ ਤੱਕ ਵੀ ਪਹੁੰਚਣਾ। ਇੱਕ ਸੈਲਫ ਐਕਚੁਅਲਾਈਜੇਸ਼ਨ ਲੈਵਲ ਹੁੰਦੀ ਹੈ ਕਿ ਹਾਂਜੀ ਅਸੀਂ ਜੋ ਚਾਹੁੰਦੇ ਹਾਂ ਲਾਈਫ 'ਚ ਅਚੀਵ ਕਰ ਲਿਆ। ਫਿਰ ਅਸੀਂ ਇੱਕ ਸਪਿਰਿਚੁਅਲ ਸਟਰੈਂਥ ਵੱਲ ਵੀ ਜਾਣਾ, ਉਹ ਇੱਥੇ ਮਿਸਿੰਗ ਹੈ। ਅਲਟੀਮੇਟ ਜੋ ਸਾਨੂੰ ਜਿਸ ਕਰਕੇ ਪਰਮਾਤਮਾ ਨੇ ਇਹ ਮਨੁੱਖੀ ਸਰੀਰ ਦਿੱਤਾ ਹੈ, ਅਸੀਂ ਉੱਥੇ ਤੱਕ ਵੀ ਪਹੁੰਚਣਾ ਹੈ। ਉਹਦੇ ਲਈ ਸਾਨੂੰ ਆਪਣੀ ਸੈਲਫ ਦੀ ਕੇਅਰ ਕਰਨੀ ਬੜੀ ਜ਼ਰੂਰੀ ਹੈ, ਔਰ ਇਸ ਕਰਕੇ ਲਾਈਫ ਮੈਨੇਜ ਹੋਣੀ ਬੜੀ ਜ਼ਰੂਰੀ ਹੈ। ਔਰ ਦੂਸਰੇ ਪਾਸੇ ਅਸੀਂ ਇੱਕ ਸੋਸ਼ਲ ਬੀਇੰਗ ਹੋਣ ਦੇ ਨਾਤੇ we are living for others also। ਸਾਡੀਆਂ ਕੁਝ ਜ਼ਿੰਮੇਵਾਰੀਆਂ ਨੇ, we have responsibilities, ethical moral requirements ਵੀ ਨੇ ਸਾਡੀਆਂ ਆਸ-ਪਾਸ। ਅਸੀਂ ਕੁਝ ਵੀ ਗਲਤ ਐਵੇਂ ਨਹੀਂ ਜੋ ਦਿਲ 'ਚ ਆਇਆ ਕਰੀ ਜਾਣਾ। we have to be ethical, we have to be moral, okay। ਐਂਡ ਫਿਰ ਸਾਡੀਆਂ ਸੋਸ਼ਲ ਆਬਲੀਗੇਸ਼ਨਾਂ ਨਾਲੋਂ ਨਾਲ ਚੱਲਦੀਆਂ ਨੇ, ਜਿਨ੍ਹਾਂ ਨੂੰ ਅਸੀਂ ਤਾਂ ਹੀ ਅਸੀਂ ਸੰਭਾਲ ਸਕਦੇ ਹਾਂ ਜੇ ਅਸੀਂ ਆਪਣੀ ਲਾਈਫ ਨੂੰ ਪ੍ਰੋਪਰਲੀ ਮੈਨੇਜ ਕੀਤਾ ਹੋਏਗਾ। ਪਲੈਨਿੰਗ, ਆਰਗੇਨਾਈਜੇਸ਼ਨ ਐਂਡ ਐਕਸ਼ਨ ਵਾਲਾ ਜਿਹੜਾ ਪਾਰਟ ਹੈ ਉਹ ਪ੍ਰੋਪਰ ਕੀਤਾ ਹੋਏਗਾ। ਸੋ ਇਹਨੂੰ ਖੁੱਲਾ ਨਹੀਂ ਛੱਡ ਦੇਣਾ ਕਿ ਠੀਕ ਹੈ ਜੋ ਮਰਜ਼ੀ ਹੋਈ ਜਾਏ। ਵੀ ਨੀਡ ਟੂ ਮੈਨੇਜ, ਬਟ ਉਹਦੀ ਰਜ਼ਾ ਦੇ ਅੰਡਰ, ਠੀਕ ਹੈ ਜੀ। ਉਸ ਤੋਂ ਬਾਅਦ what I want to talk about is ਮੈਨੇਜਮੈਂਟ ਲਈ ਜੋ ਜਿਸ ਚੀਜ਼ ਦੀ ਹੁਣ ਜਿਹੜੀ ਮੈਂ ਹੁਣ ਤੁਹਾਨੂੰ ਸਲਾਈਡ ਦੀ ਗੱਲ ਕਰਨ ਲੱਗੀ ਹਾਂ, ਇਹਦੇ ਵਿੱਚ ਵੀ ਤੁਹਾਨੂੰ ਬਾਣੀ ਨੇ ਹੀ ਅਸਲੀ ਹੈਲਪ ਕਰਨੀ ਹੈ। ਸਟੈਪਸ ਨੇ, देयर आर सर्टेन स्टेप्स। ਪਹਿਲੀ ਗੱਲ ਨੋਇੰਗ ਸੈਲਫ, ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਦੇ ਅੰਦਰ ਹਮੇਸ਼ਾ ਘੋਖਣਾ, ਦਿਲ ਨੂੰ ਖੋਜਣਾ ਐਵਰੀ ਡੇ, ਠੀਕ ਹੈ। ਨੋਇੰਗ ਸੈਲਫ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਨੋਇੰਗ ਅਦਰਸ ਅਰਾਊਂਡ ਅਸ। ਇਹਦੇ ਵਿੱਚ ਵੀ ਆਪਣੀ ਜਿਹੜੀ ਪਰਸੈਪਸ਼ਨ ਹੁੰਦੀ ਹੈ ਨਾ, ਅਸੀਂ ਸੋਚਣ ਲੱਗ ਜਾਂਦੇ ਹਾਂ ਵੀ, ਉਹਦੇ ਵਿੱਚ ਵੀ ਅਸੀਂ ਕਈ ਵਾਰੀ ਬੰਨੇ ਜਾਂਦੇ ਹਾਂ ਬੜਾ ਕਿ ਅੱਛਾ ਇਹ ਵਾਲੇ ਇਹ ਲੋਕ ਦੇ ਇੰਜ ਦੇ ਹੀ ਹੁੰਦੇ ਨੇ, ਇਹ ਤਾਂ ਹਮੇਸ਼ਾ ਇਸ ਤਰ੍ਹਾਂ ਦੇ। ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਆਪਣਾ ਪਰਸਪੈਕਟਿਵ ਬੜਾ ਵਾਈਡ ਕਰਨਾ ਪੈਂਦਾ ਹੈ ਕਿ ਸਾਰੇ ਹੀ ਉਸ ਪਰਮਾਤਮਾ ਦੇ ਜੀਵ ਹੈ। ਅਸੀਂ ਉਸ ਚੀਜ਼ ਨੂੰ ਨਾਲ ਨਾਲ ਐਕਸੈਪਟ ਰੱਖਣਾ ਹੈ, ਠੀਕ ਹੈ ਕੋਈ ਗਲਤ ਕਰ ਰਿਹਾ, ਸਹੀ ਕਰ ਰਿਹਾ, ਬਟ ਸਾਨੂੰ ਨੌਲੇਜ ਹੈ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਬਟ ਫਿਰ ਵੀ ਜੋ ਵੀ ਸਾਡੇ ਅਰਾਊਂਡ ਚੱਲ ਰਿਹਾ ਹੈ, ਬੜੀ ਸਾਨੂੰ ਪੇਸ਼ੈਂਟਲੀ ਇਸ ਚੀਜ਼ ਨੂੰ ਹੈਂਡਲ ਕਰਨਾ ਹੈ ਕਿ ਜੋ ਵੀ ਚੱਲ ਰਿਹਾ ਉਹਦੀ ਰਜ਼ਾ ਵਿੱਚ ਹੀ ਹੈ। We need to know others from that perspective also। ਜਦੋਂ ਅਸੀਂ ਇਹ ਦੋਨੋਂ ਚੀਜ਼ਾਂ ਅਸੀਂ ਜਾਣ ਲੈਂਦੇ ਹਾਂ, knowing self, knowing others, ਫਿਰ ਅਸੀਂ ਮੇਰੇ ਇਹਦੇ ਵਿੱਚ ਪਿਕਚਰਸ ਪ੍ਰੋਪਰਲੀ ਸ਼ੋ ਨਹੀਂ ਹੋ ਰਹੀਆਂ, ਨੋ ਇਸ਼ੂ। ਇੱਥੇ ਮੈਂ ਛੋਟਾ ਜਿਹਾ ਇੱਥੇ ਜੇ ਤੁਹਾਨੂੰ ਮੇਰੀ ਲੈਫਟ ਸਾਈਡ ਤੇ 6ਵੀਂ ਸਲਾਈਡ ਸ਼ੋ ਹੋਏ ਕਿ ਇਹਦੇ ਵਿੱਚ ਨਾ ਬੜੇ ਏਰੀਆਜ਼ ਨੇ, ਡਿਫਰੈਂਟ ਏਰੀਆਜ਼ ਆਉਂਦੇ ਨੇ ਕਿ ਜਦੋਂ ਅਸੀਂ ਆਪਣੇ ਆਪ ਨੂੰ ਤੇ ਜਾਣਦੇ ਹਾਂ ਪਰ ਦੂਜਿਆਂ ਨੂੰ ਨਹੀਂ ਜਾਣੀਏ, ਜਦੋਂ ਅਸੀਂ ਦੂਸਰਿਆਂ ਨੂੰ ਤਾਂ ਬੜਾ ਅਸੀਂ ਸਮਝਦੇ ਹਾਂ, ਦੂਸਰਿਆਂ ਨਾਲ ਇੰਟਰੈਕਟ ਕਰ ਰਹੇ ਹਾਂ, ਪਰ ਮੈਂ ਸ਼ੇਅਰ ਕਰਾਂਗੀ, ਤੁਸੀਂ ਸਾਰੇ ਮੇਰੀ ਪ੍ਰੈਜੈਂਟੇਸ਼ਨ ਨੂੰ ਬਾਅਦ ਵਿੱਚ ਆਰਾਮ ਨਾਲ ਦੇਖਣਾ। ਦੇयर ਇਜ਼ ਸਮ ਪ੍ਰੋਬਲਮ ਇਨ ਦਾ ਪਿਕਚਰ, ਸੋ ਇਹਨੂੰ ਮੈਂ ਇਸ ਸਲਾਈਡ ਤੋਂ ਅੱਗੇ ਜਾ ਰਹੀ ਹਾਂ। ਨਾਓ ਕਮਿੰਗ ਅਬਾਊਟ ਦਾ ਲਾਈਫ ਮੈਨੇਜਮੈਂਟ ਸਕਿੱਲਸ। ਮੈਂ ਜਿਸ ਤਰ੍ਹਾਂ ਕਿਹਾ ਕਿ ਸੈਲਫ ਔਰ ਅਦਰਸ ਦੋਨਾਂ ਵਾਸਤੇ ਲਾਈਫ ਦੀ ਮੈਨੇਜਮੈਂਟ ਬੜੀ ਜ਼ਰੂਰੀ ਹੈ। ਇਸੇ ਕਰਕੇ ਦੋਨੋਂ ਚੀਜ਼ਾਂ ਦੀ ਮੈਨੇਜਮੈਂਟ ਜਿਹੜੀ ਹੈ ਆਪਣੇ ਆਪਣੇ ਤਰੀਕੇ ਨਾਲ ਬੜੀ ਜ਼ਰੂਰੀ ਹੈ। ਜੇ ਅਸੀਂ ਆਪਣੀ ਸੈਲਫ ਵਾਸਤੇ ਆਪਣੀ ਲਾਈਫ ਮੈਨੇਜਮੈਂਟ ਕਰਨੀ ਹੈ, ਉਹਦੇ ਵਿੱਚ 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਨੇ।
ਸਾਡਾ ਥਾਟ ਪ੍ਰੋਸੈਸ, ਅਸੀਂ ਸੋਚਦੇ ਕੀ ਆ, ਸਾਡਾ ਥਾਟ ਪ੍ਰੋਸੈਸ ਕਿੱਥੇ ਜਾ ਰਿਹਾ, ਬਹੁਤ ਇੰਪੋਰਟੈਂਟ ਹੈ। ਤੁਸੀਂ ਇਹ ਤਾਂ ਬਹੁਤ ਵਾਰੀ ਅਸੀਂ ਸਾਡੇ ਨਾਲ ਹੁੰਦਾ ਇਸ ਤਰ੍ਹਾਂ ਕਿ ਅਸੀਂ ਬਾਹਰੋਂ ਕੁਝ ਹੋਰ ਆ ਤੇ ਅੰਦਰੋਂ ਕੁਝ ਹੋਰ ਆ, ਸੋਚ ਅਸੀਂ ਕੁਝ ਹੋਰ ਰਹੇ ਹਾਂ, ਦਿਲ ਤਾਂ ਕਰਦਾ ਕਿਸੇ ਨੂੰ ਥੱਪੜ ਮਾਰ ਦਈਏ ਪਰ ਅਸੀਂ ਨਹੀਂ ਮਾਰਦੇ, ਕਾਈਂਡ ਆਫ, ਜਸਟ ਐਨ ਐਗਜ਼ਾਮਪਲ, ਵੈਰੀ ਲਾਈਟ ਐਗਜ਼ਾਮਪਲ। ਬਟ ਇਹਦੇ ਵਿੱਚ ਬੜਾ ਇੱਕ ਡੂੰਘਾ ਚੀਜ਼ ਹੈ ਕਿ ਸਾਡਾ ਥਾਟ ਪ੍ਰੋਸੈਸ ਹੀ ਅਸਲ 'ਚ ਉਹ ਹੈ ਜੋ ਸਾਨੂੰ ਬਣਾਉਂਦਾ ਹੈ। ਜੋ ਅਸੀਂ ਸੋਚਾਂਗੇ ਅਸੀਂ ਅਲਟੀਮੇਟਲੀ ਉਹੀ ਬਣ ਜਾਣਾ, ਹੁਣੇ ਨਹੀਂ ਤੇ ਥੋੜਾ ਟਾਈਮ ਬਾਅਦ। ਸੋ ਸਾਨੂੰ ਆਪਣਾ ਥਿੰਕਿੰਗ ਪ੍ਰੋਸੈਸ ਜਿਹੜਾ ਹੈਗਾ ਉਹ ਬੜਾ, ਇਹਦੇ ਵਿੱਚ ਦੋ ਰਸਤੇ ਨੇ, ਪੋਜ਼ਿਟਿਵ ਔਰ ਨੈਗੇਟਿਵ। ਮੋਸਟ ਇੰਪੋਰਟੈਂਟਲੀ ਬੜਾ ਮੋਟਾ ਗੱਲ ਕਰੀਏ ਤਾਂ ਥਾਟ ਪ੍ਰੋਸੈਸ ਨੂੰ ਜਿੰਨਾ ਪੋਜ਼ਿਟਿਵ ਰੱਖੋਗੇ ਪੋਜ਼ਿਟਿਵ ਥਿੰਗਸ ਵਿਲ ਹੈਪਨ, ਐਂਡ ਜਿੰਨਾ ਨੈਗੇਟਿਵ ਰੱਖਾਂਗੇ ਉਹਨਾਂ ਨੈਗੇਟਿਵ ਥਿੰਗਸ ਵਿਲ ਹੈਪਨ। ਔਰ ਇੱਥੇ ਵੀ ਮੈਂ ਜਿਵੇਂ ਤੁਸੀਂ ਕੋਟ ਪ੍ਰਣਾਮ ਕਰੀ ਜਾਓ ਬਾਣੀ ਨੂੰ, ਗੁਰੂ ਨੂੰ, ਕਿ ਤੁਹਾਨੂੰ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਪੋਜ਼ਿਟਿਵਿਟੀ ਹੈ, ਨੈਗੇਟਿਵਿਟੀ ਦਾ ਜਿੱਥੇ ਨਾਮੋ ਨਿਸ਼ਾਨ ਨਹੀਂ ਖੜ ਸਕਦਾ ਉਹਦੇ ਆਲੇ ਦੁਆਲੇ। ਇਸ ਕਰਕੇ ਵੀ ਸਾਨੂੰ ਹਰ ਵੇਲੇ ਬਾਣੀ ਪੜ੍ਹਨੀ ਹੈ ਤਾਂ ਕਿ ਸਾਡੇ ਵਿੱਚ ਨੈਗੇਟਿਵ ਥਾਟ ਪ੍ਰੋਸੈਸ ਆਵੇ ਹੀ ਨਾ, ਆਣ ਦੇਵਨ, ਔਰ ਆਵੇ ਵੀ ਤੇ ਉਹ ਇਸ ਤਰ੍ਹਾਂ ਉਹਨੂੰ ਅਸੀਂ ਫਾਈਟ ਕਰ ਦਈਏ, ਏਦਾਂ ਉਹਨੂੰ ਖਤਮ ਕਰ ਦਈਏ ਕਿ ਉਹ ਸਾਡੇ ਕੋਲ ਬਾਅਦ ਚ ਬਿਲਕੁਲ ਕੁਸਕ ਨਾ ਸਕੇ। ਥਾਟ ਪ੍ਰੋਸੈਸ, ਫਿਰ ਉਸ ਤੋਂ ਬਾਅਦ ਆ ਗਈਆਂ ਇਮੋਸ਼ਨਸ। ਫਿਰ ਸਾਡਾ ਇੱਕ ਬ੍ਰੇਨ ਤੋਂ ਆਂਦੇ ਵੀ ਕਮ ਟੂ ਆਰ ਹਾਰਟ ਪ੍ਰੋਸੈਸ, ਤੇ ਵੀ ਫੀਲ ਸਰਟਨ ਥਿੰਗਸ। ਸਾਡੇ ਆਸ-ਪਾਸ ਕੀ ਹੋ ਰਿਹਾ, ਇੱਕ ਤਾਂ ਅਸੀਂ ਸੋਚ ਰਹੇ ਹਾਂ, ਸਾਡੀ ਆਪਣੀ ਲਰਨਿੰਗ ਐਕਸਪੀਰੀਅੰਸਿਸ ਦੇ ਨਾਲ ਕੁਝ ਸੋਚ ਰਹੇ ਹਾਂ, ਦੂਜੇ ਪਾਸੇ ਅਸੀਂ ਫੀਲ ਵੀ ਕਰ ਰਹੇ ਹਾਂ। ਫਿਰ ਅਸੀਂ ਫੀਲ ਕਰਦੇ ਹਾਂ, ਅਸੀਂ ਸਮਟਾਈਮਸ ਵੀ ਫੀਲ ਹੈਪੀ। ਇਮੋਸ਼ਨਸ ਬੜੇ ਤਰ੍ਹਾਂ ਦੀਆਂ ਹੁੰਦੀਆਂ ਨੇ। ਦੈਨ ਵੀ ਸਮਟਾਈਮਸ ਵੀ ਫੀਲ ਸੈਡ, ਸਮਟਾਈਮਸ ਵੀ ਫੀਲ ਐਂਗਰੀ, ਸਮਟਾਈਮਸ ਵੀ ਫੀਲ ਵਗੈਰਾ ਵਗੈਰਾ ਵਗੈਰਾ। ਸੋ ਥੀਸ ਆਰ ਦ ਫੀਲਿੰਗਸ। ਇਹ ਜਿਹੜੀਆਂ ਫੀਲਿੰਗਸ ਨੇ ਸਾਡੀਆਂ ਅਲਟੀਮੇਟਲੀ ਸਾਡੀਆਂ ਇਮੋਸ਼ਨਸ ਬਣ ਜਾਂਦੀਆਂ। ਔਰ ਸਾਨੂੰ ਇਮੋਸ਼ਨਲੀ ਇੰਟੈਲੀਜੈਂਟ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣੀਆਂ ਇਮੋਸ਼ਨਸ ਨੂੰ ਹੈਂਡਲ ਨਹੀਂ ਕਰਾਂਗੇ, ਜਿੰਨੇ ਮਰਜ਼ੀ ਅਸੀਂ ਇੰਟੈਲੀਜੈਂਸ, ਜਿੰਨੇ ਮਰਜ਼ੀ ਅਸੀਂ ਮਾਰਕਸ ਲੈ ਲਈਏ, ਜਿੰਨੇ ਮਰਜ਼ੀ ਅਸੀਂ ਕਰੀਅਰ ਬਣਾ ਲਈਏ, we will be a failure, we will prove to be a failure। ਤੁਸੀਂ ਲਾਈਫ 'ਚ ਕਦੇ ਐਗਜ਼ਾਮਪਲ ਲੱਭ ਕੇ ਵੇਖਣਾ, ਬਹੁਤ ਇੰਟੈਲੀਜੈਂਟ ਲੋਕ ਵੀ ਇਮੋਸ਼ਨਲੀ ਜੇ ਵੀਕ ਹੁੰਦੇ ਨੇ, ਇਮੋਸ਼ਨਲੀ ਦੇ ਮੈਨੇਜ ਨਹੀਂ ਕਰ ਸਕਦੇ, they tend to fail ultimately in life। So managing emotions is even more important than the thought process। ਔਰ ਉਸ ਤੋਂ ਬਾਅਦ ਕੁਝ ਲਾਈਫ ਦੇ ਵਰਚੂਜ਼ ਨੇ, ਉਹ ਮੈਂ ਅਗਲੀ ਸਲਾਈਡ 'ਚ ਡਿਸਕਸ ਕਰਾਂਗੀ ਫॉर ਸੈਲਫ। ਨਾਲ ਦੀ ਨਾਲ there is a thing which we manage for others, and ਉਸ 'ਚ ਸਭ ਤੋਂ ਇੰਪੋਰਟੈਂਟ ਹੈ ਸਾਡਾ ਬਿਹੇਵੀਅਰ with others। ਅਸੀਂ ਆਪਣਾ ਥਾਟ ਪ੍ਰੋਸੈਸ ਕਰ ਲਿਆ ਮੈਨੇਜ, ਇਮੋਸ਼ਨਸ ਮੈਨੇਜ ਕਰ ਲੀਆਂ, ਤਾਂ ਬਿਹੇਵੀਅਰ ਆਟੋਮੈਟਿਕਲੀ ਮੈਨੇਜ ਹੋ ਜਾਂਦਾ ਹੈ ਟੂ ਸਮ ਐਕਸਟੈਂਟ। ਹੁਣ ਇਹ ਬਿਹੇਵੀਅਰ ਕਿੱਥੋਂ ਆਉਂਦਾ ਹੈ? ਤਾਂ ਪ੍ਰੋਸੈਸ ਕੀ ਹੈ ਕਿ ਸਾਡੇ ਆਸ-ਪਾਸ ਕੁਝ ਹੋਇਆ, ਕਿਸੇ ਨੇ ਮੈਨੂੰ ਕੁਝ ਬੁਰਾ ਭਲਾ ਕਿਹਾ, ਹੁਣੇ ਸੁਖਜਾ ਸਰ ਨੇ ਬੜੀ ਅੱਛੀ ਐਗਜ਼ਾਮਪਲ ਦਿੱਤੀ ਸੀ, ਹੁਣ ਕਿਸੇ ਨੇ ਮੈਨੂੰ ਮੰਦਾ ਬੋਲ ਦਿੱਤਾ ਹੈ, ਮੇਰਾ ਥਾਟ ਪ੍ਰੋਸੈਸ ਤੇ ਇਮੋਸ਼ਨਸ ਮੈਨੂੰ ਅੱਗੋਂ ਰਿਐਕਟ ਕਰਨ ਲਈ ਉਕਸਾਣ ਗਿਆ ਕੁਛ ਨਾ ਕੁਛ। ਇਸ ਕਰਕੇ ਮੇਰਾ ਥਾਟ ਪ੍ਰੋਸੈਸ ਤੇ ਇਮੋਸ਼ਨਸ ਕਿੱਦਾਂ ਦੇ ਚੱਲ ਰਹੇ ਨੇ, ਉਹ ਬੜੀ ਇੰਪੋਰਟੈਂਟ ਚੀਜ਼ ਹੋ ਗਈ। ਔਰ ਉਸੇ ਤੇ ਹੀ ਬੇਸਡ ਅਲਟੀਮੇਟਲੀ ਹੋਣਾ ਮੇਰਾ ਬਿਹੇਵੀਅਰ। ਪਰ ਕਦੇ ਕਦੇ ਮੈਂ ਸੋਚਦੀ ਹਾਂ ਵੀ ਇਹਨੇ ਮੈਨੂੰ ਇਹ ਵਾਲੀ ਬਹੁਤ ਵਾਰੀ ਕਹਿ ਚੁੱਕੇ ਆ, ਤੇ ਮੈਂ ਬਿਹੇਵੀਅਰ ਦੇ ਵਿੱਚ ਥੋੜਾ ਜਿਹਾ ਇੱਕ ਡੈਲੀਬਰੇਟ ਐਕਸ਼ਨ ਲਿਆਣੀ ਵੀ ਇੱਕ ਅੱਧੀ ਵਾਰੀ ਇਹਨੂੰ ਸੁਣਾ ਹੀ ਦਿਆਂ, ਏਦਾਂ ਵੀ ਆ ਜਾਂਦਾ ਕਈ ਵਾਰੀ। ਸੋ ਵੀ ਹੈਵ ਟੂ ਮੈਨੇਜ ਇਟ। ਗੱਲ ਇੱਥੇ ਹੈ ਵੀ ਹੈਵ ਟੂ ਮੈਨੇਜ ਆਵਰ ਬਿਹੇਵੀਅਰ, ਆਪਣੇ ਹੱਥ 'ਚ ਰੱਖਣਾ ਹੈ। ਇਹ ਨਹੀਂ ਕਿ ਸਾਡਾ ਬਿਹੇਵੀਅਰ ਸਾਡੇ ਆਊਟ ਆਫ ਕੰਟਰੋਲ ਹੋ ਜਾਏ, ਸਾਨੂੰ ਪਤਾ ਹੀ ਨਾ ਹੋਵੇ ਮੈਂ ਕੀ ਕਰ ਦਿੱਤਾ। ਇਹ ਸਿਚੁਏਸ਼ਨ ਨਹੀਂ ਆਣੀ ਚਾਹੀਦੀ। ਸੋ ਵੀ ਨੀਡ ਟੂ ਮੈਨੇਜ ਇਟ। ਦੈਟ ਇਜ਼ ਦ ਇੰਪੋਰਟੈਂਸ ਆਫ ਮੈਨੇਜਮੈਂਟ ਇਨ ਲਾਈਫ। ਸੋ ਲਾਈਫ ਮੈਨੇਜਮੈਂਟ ਸਕਿੱਲਸ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਦੇਰ ਆਰ ਸਰਟਨ ਵਰਚੂਜ਼। ਵਰਚੂਜ਼ ਹੁੰਦਾ ਹੈ ਕੁਝ ਸਮਥਿੰਗ which should be followed, which needs to be followed for being happy and successful and satisfied and to grow, ਜੋ ਮੈਂ ਪਿੱਛੇ ਗੱਲ ਕਰਕੇ ਹਟੀ, ਜੋ ਫਾਈਨਲੀ ਅਸੀਂ ਮੈਨੇਜਮੈਂਟ ਤੋਂ ਚਾਹੁੰਦੇ ਹਾਂ। ਸੋ ਸੈਲਫ ਵਰਚੂਜ਼ ਦੇ ਵਿੱਚ ਇਹ ਸਿਰਫ ਜਿਹੜੀਆਂ ਮੈਂ ਲਿਖੀਆਂ ਨੇ ਇਹੀ ਨਹੀਂ ਹੈਗੀਆਂ, ਏਦਾਂ ਦੀਆਂ ਤੁਸੀਂ ਆਪ ਵੀ ਬਣਾ ਸਕਦੇ ਹੋ, ਬਹੁਤ ਕੁਝ ਹੈਗਾ। ਪਰ ਅਲਟੀਮੇਟਲੀ ਗੱਲ ਉੱਥੇ ਹੀ ਆਣੀ ਹੈ, these are all positive ones। ਮੈਂ ਗੱਲ ਪੋਜ਼ਿਟਿਵਿਟੀ ਔਰ ਨੈਗੇਟਿਵਿਟੀ ਦੀ ਹੀ ਕਰਾਂਗੀ। ਫਿਰ ਅਲਟੀਮੇਟਲੀ there are certain things which are positive and there are certain things which are negative, ਭਾਵੇਂ ਉਹ ਥਾਟ ਪ੍ਰੋਸੈਸ ਚਾਣ, ਇਮੋਸ਼ਨਸ ਚਾਣ। ਔਰ ਸਾਨੂੰ ਹਰ ਵੇਲੇ ਕੋਸ਼ਿਸ਼ ਇਹੀ ਕਰਨੀ ਹੈ ਕਿ ਨੈਗੇਟਿਵਿਟੀ ਹਟਾਣੀ ਹੈ, ਪੋਜ਼ਿਟਿਵਿਟੀ ਆਪਣੇ ਅੰਦਰ ਲੈ ਕੇ ਆਣੀ ਹੈ। ਉਹਦੇ ਵਿੱਚ ਹੁਣ ਤੁਸੀਂ ਲਾਈਫ ਦੇ ਵਿੱਚ ਆਪਣੇ ਆਪ ਨੂੰ ਜਦੋਂ ਵੀ ਸਵਾਰਨਾ ਹੈ, ਸਵਾਰਨ ਦਾ ਸੋਚੋਗੇ, ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਰਿਕੁਆਇਰਡ ਹੈ ਉਹ ਹਾਰਡ ਵਰਕ ਹੋਏਗੀ। There is no other alternative, no substitute to hard work। There is no substitute to hard work actually। ਤੁਸੀਂ ਕਹੋ ਕਿ ਮੈਂ ਬੈਠੇ ਬੈਠੇ ਹੀ, ਇੱਕ ਬੜੀ ਵਧੀਆ ਟਰਮ ਆਈ ਹੋਈ ਹੈ ਸਮਾਰਟ ਵਰਕ ਕਹਿੰਦੇ ਨੇ।
ਬਟ ਆਈ ਅਲਟੀਮੇਟਲੀ ਫਾਈਂਡ ਆਊਟ, ਮੈਂ ਇਹਦੇ ਤੇ ਵੀ ਅਸੀਂ ਬੜੀ ਡਿਸਕਸ਼ਨ ਇੱਕ ਦਿਨ ਕੀਤੀ ਸੀ, ਸਮਾਰਟ ਵਰਕ ਇਜ਼ ਬੈਟਰ ਦੈਨ ਕਹਿੰਦੇ ਹਾਰਡ ਵਰਕ, ਬਟ ਮੈਂ ਇਹ ਦੇਖਿਆ ਕਿ ਸਮਾਰਟ ਵਰਕ ਵਾਸਤੇ ਤਾਂ ਹਾਰਡ ਵਰਕ ਜਿਹੜਾ ਹੈ ਹੋਰ ਵੀ ਜ਼ਿਆਦਾ ਕਰਨਾ ਪੈ ਰਿਹਾ। So when we need to be smart, when we need to work smartly, we need to even work more hardly. So hard work is ultimately the key. फिर patience ਰੱਖਣੀ ਬੜੀ ਜ਼ਰੂਰੀ ਹੈ, ਔਰ patience ਜਿਹੜੀ ਹੈ ਤੁਹਾਡੀ thought process, ਤੁਹਾਡੀ emotions ਤੋਂ ਤੁਹਾਡੇ behavior ਦੇ ਵਿੱਚ ਆ ਜਾਂਦੀ ਹੈ gradually, but ਇਹ ਇੱਕ practice ਹੈ। Patience is a practice, ਇਹਨੂੰ practice ਕਰਨਾ ਪੈਂਦਾ ਹੈ, ਇਹ ਏਦਾਂ ਨਹੀਂ ਆ ਜਾਂਦੀ। ਔਰ ਤੁਹਾਨੂੰ ਆਪਣੇ ਆਪ ਦੇ ਅੰਦਰ ਪਤਾ ਹੋਣਾ ਚਾਹੀਦਾ ਕਿ ਮੇਰੀ patience level ਕਿੱਥੇ ਜਾ ਰਹੀ ਹੈ। ਇਹ ਤਾਂ ਸਾਨੂੰ ਅਸੀਂ ਆਪਣਾ ਆਪ ਕੈਲਕੂਲੇਟ ਕਰ ਸਕਦੇ ਹਾਂ ਕਿ ਮੇਰੀ ਪੇਸ਼ੈਂਸ ਲੈਵਲ ਹੁਣ ਖਰਾਬ ਹੋ ਰਹੀ ਹੈ ਕਿ ਆ ਰਹੀ ਹੈ, ਐਂਡ ਵੀ ਨੀਡ ਟੂ ਮੈਨੇਜ ਇਟ। ਫਿਰ ਉਸ ਤੋਂ ਬਾਅਦ ਆ ਗਿਆ ਕੰਪੈਸ਼ਨ। ਕੰਪੈਸ਼ਨ ਮੀਨਸ ਬੀਇੰਗ ਕਾਈਂਡ ਟੂ ourselves and being kind to others around us। ਜਦੋਂ ਅਸੀਂ ਇਹ ਸੋਚ ਲੈਣਾ ਹੈ ਕਿ ਮੈਂ ਖੁਦ ਵੀ ਪਰਮਾਤਮਾ ਦੀ ਇੱਕ ਕ੍ਰੀਏਸ਼ਨ ਆ, ਮੇਰੇ ਆਸ-ਪਾਸ ਵੀ ਪਰਮਾਤਮਾ ਦੀ ਕ੍ਰੀਏਸ਼ਨ ਹੈ, ਸਾਰੀ ਆਸ-ਪਾਸ, ਇਹ ਕੰਪੈਸ਼ਨ ਵੀ ਆਟੋਮੈਟਿਕਲੀ ਆ ਜਾਂਦਾ ਹੈ ਵੈਸੇ, ਕਿ ਮੈਂ ਹੁਣ ਜਿਹੜਾ ਮੇਰੇ ਤੋਂ ਕੋਈ ਘੱਟ ਹੈ, ਦੀਨ ਦੁਨੀਆ ਜੋ ਵੀ ਹੈ, ਮੈਂ ਉਹਦਾ ਕੁਝ ਅੱਛਾ ਹੀ ਕਰਾਂ ਉਹਦੇ ਵਾਸਤੇ, ਆਪਣੇ ਆਪ ਹੀ ਨਿਕਲਦੀ ਹੈ ਇੱਕ ਕਾਈਂਡਨੈਸ, ਜਿਹਨੂੰ ਅਸੀਂ ਅੰਗਰੇਜ਼ੀ ਦਾ ਵਰਡ ਹੈ, ਇਹ ਅੰਦਰੋਂ ਆਪਣੇ ਆਪ ਹੀ ਅਸੀਂ ਕਿਸੇ ਦੀ ਹੈਲਪ ਕਰਨ ਲੱਗ ਜਾਵਾਂਗੇ। ਜੇ ਮੇਰੇ ਹੱਥ ਵਾਸ ਕੋਈ ਕੰਮ ਹੈ, ਆਈ ਵਿਲ ਡੈਫੀਨੇਟਲੀ ਡੂ, ਆਈ ਵਿਲ ਸਟਾਰਟ ਥਿੰਕਿੰਗ ਅਬਾਊਟ ਅਦਰ ਪਰਸਨ ਅਰਾਊਂਡ ਅਸ ਆਲਸੋ। ਮੈਂ ਸਿਰਫ ਸੈਲਫ ਨਹੀਂ ਰਹਿ ਜਾਏਗਾ ਮੇਰੇ ਕੋਲ ਕਿ ਮੈਂ ਹੀ ਮੈਂ ਹੂੰ, ਦੂਸਰਾ ਕੋਈ ਨਹੀਂ, ਮੇਰੇ ਆਸ-ਪਾਸ ਸਭ ਜੋ ਵੀ ਹੈ ਸਾਰਾ ਕੁਝ ਵੀ ਮੈਂ ਹੀ ਹਾਂ, ਸਾਰੀ ਕ੍ਰੀਏਸ਼ਨ ਉਹਦੀ ਹੋਈ ਹੈ, ਅਸੀਂ ਸਭ ਇੱਕੋ ਹੀ ਹਾਂ। ਸੋ ਉਹ ਵਾਲੀ ਚੀਜ਼ ਆਣੀ ਸ਼ੁਰੂ ਹੋ ਜਾਂਦੀ ਹੈ। ਫਿਰ ਕਿਸੇ ਵੀ ਚੀਜ਼ ਨੂੰ ਹੈਂਡਲ ਕਰਨ ਵਾਸਤੇ ਲਾਈਫ ਦੇ ਵਿੱਚ ਕਰੇਜ ਬਹੁਤ ਜ਼ਰੂਰੀ ਹੈ, ਹਿੰਮਤ ਬਹੁਤ ਜ਼ਰੂਰੀ ਹੈ। ਹਿੰਮਤ ਨਹੀਂ ਹੋਏਗੀ ਅਸੀਂ ਢਹਿ-ਢੇਰੀ ਹੋ ਜਾਵਾਂਗੇ ਬਹੁਤ ਜਲਦੀ, ਕਿਉਂਕਿ ਲਾਈਫ ਦੇ ਵਿੱਚ ਅਪਸ ਐਂਡ ਡਾਊਨ ਆਣੇ ਹੀ ਆਣੇ ਨੇ, ਲਾਈਫ ਕਦੇ ਵੀ ਸਮੂਥ ਇੱਕੋ ਜਿਹੀ ਨਹੀਂ ਰਹਿੰਦੀ। ਸੋ ਵੀ ਨੀਡ ਟੂ ਬੀ ਕਰੇਜੀਅਸ। ਫਿਰ ਐਮਪੈਥੀ ਵਰਡ ਹੋ ਸਕਦਾ ਤੁਸੀਂ ਕਈਆਂ ਨੇ ਨਾਮ ਹੀ ਸੁਣਿਆ ਹੋਵੇ, ਜਾਂ ਮੇਬੀ ਐਮਪੈਥੈਟਿਕ ਹੋਣਾ ਹੁੰਦਾ ਤੁਸੀਂ ਦੂਸਰੇ ਦੇ ਸ਼ੂਜ਼ ਵਿੱਚ ਆਪਣੇ ਪੈਰ ਪਾ ਕੇ ਵੇਖਣੇ, ਦੂਸਰੇ ਦੇ ਆਈਡੈਂਟੀਫਾਈ ਕਰਨਾ ਕਿ ਜੇ ਉਹਦੀ ਜਗ੍ਹਾ ਮੈਂ ਹੁੰਦਾ ਫਿਰ ਮੈਂ ਕੀ ਕਰਦਾ। ਇਹ ਤੁਹਾਨੂੰ ਤੁਹਾਡੀ ਬਿਹੇਵੀਅਰਲ ਐਕਸ਼ਨ, ਤੁਹਾਡਾ ਥਾਟ ਪ੍ਰੋਸੈਸ ਨੂੰ ਗਾਈਡ ਬਹੁਤ ਜ਼ਿਆਦਾ ਕਰਦਾ। ਐਮਪੈਥੀ ਬਹੁਤ ਜ਼ਿਆਦਾ ਗਾਈਡ ਕਰਦੀ ਹੈ। ਜਦੋਂ ਅਸੀਂ ਸਿਰਫ ਸੋਚੀਏ ਕਿ ਮੈਂ ਕੀ ਲੈਣਾ ਦੇਣਾ, ਫਿਰ ਸਾਡੀ ਐਮਪੈਥੀ ਕਿਤੇ ਹੋਰ ਜਾ ਰਹੀ ਹੁੰਦੀ ਹੈ, ਹੋਈ ਬਿਲਕੁਲ ਅਸੀਂ ਉਸ ਚੀਜ਼ ਨੂੰ ਇਗਨੋਰ ਕਰ ਰਹੇ ਹੁੰਦੇ ਹਾਂ। ਔਰ ਜਦੋਂ ਅਸੀਂ ਸੋਚੀਏ ਕਿ ਜੇ ਮੈਂ ਉਹਦੀ ਜਗ੍ਹਾ ਹੁੰਦਾ ਤੇ ਕੀ ਹੁੰਦਾ, that is very important virtue of life। then ਇਹ ਕੁਛ ਵੀ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਕਈ ਵਾਰੀ ਅਸੀਂ ਆਸ-ਪਾਸ ਦੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹਾਂ, ਸੋਸ਼ਲ ਆਬਲੀਗੇਸ਼ਨਸ ਨੂੰ ਨਿਭਾਉਂਦੇ ਹਾਂ, ਅਸੀਂ ਆਪਣਾ ਆਪ, ਆਪਣੀ ਆਇਡੈਂਟੀਟੀ, ਆਪਣਾ ਓਨ ਸੈਲਫ ਵੀ ਭੁੱਲ ਜਾਂਦੇ ਹਾਂ। ਉਹਨੂੰ ਵੀ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੈ। ਐਂਡ ਨੈਕਸਟ ਇਜ਼ ਸੈਲਫ ਐਸਟੀਮ ਐਂਡ ਕੌਨਫੀਡੈਂਸ। ਇਹ ਸਾਨੂੰ ਪੂਰਾ ਦਾ ਪੂਰਾ ਹੀ ਅਰਦਾਸ ਦੇ ਨਾਲ ਸਾਡੇ ਕੋਲ ਆ ਜਾਂਦਾ ਵੀ ਹੁਣ ਪਰਮਾਤਮਾ ਨੇ ਇਹ ਦੇਣਾ ਹੁੰਦਾ ਹੈ, ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਹੈ, ਅਸੀਂ ਕਈ ਵਾਰੀ ਉਹਨੂੰ ਆਪਣੇ ਅੰਦਰੋਂ ਡਿਸਕਵਰ ਨਹੀਂ ਕਰ ਪਾਉਂਦੇ ਹੁੰਦੇ। ਸੋ ਕੌਨਫੀਡੈਂਸ ਹੋਣਾ ਬੜਾ ਜ਼ਰੂਰੀ ਹੈ that we can do। ਤੁਹਾਨੂੰ ਸਿਚੁਏਸ਼ਨ ਆ ਗਈ, ਮੰਨ ਲਓ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਮੈਂ ਇੱਕ ਬਿਹੇਵੀਅਰ ਦੀ ਟੀਚਰ ਹਾਂ, ਔਰ ਮੈਨੂੰ ਇੱਕ ਵਾਰੀ ਮੈਂ ਟੀਚਿੰਗ ਕਰਨ ਗਈ ਤੇ ਮੈਨੂੰ ਉਹਨਾਂ ਨੇ ਮੈਥਮੈਟਿਕਸ ਪੜ੍ਹਾਉਣ ਲਈ ਕਹਿ ਦਿੱਤਾ, ਜੋ ਕਿ ਮੈਂ ਕਦੇ ਪੜ੍ਹਿਆ ਹੀ ਨਹੀਂ ਸੀਗਾ। I had never studied that subject। ਉਹ ਵੀ ਹੈ ਮੈਥਮੈਟਿਕਸ ਵੀ ਕਾਲਜ ਲੈਵਲ ਦਾ, ਗ੍ਰੈਜੂਏਸ਼ਨ ਲੈਵਲ ਦਾ। ਮੈਂ ਜਦੋਂ ਮੈਂ ਸਿਲੇਬਸ ਦੇਖਿਆ ਤੇ ਇੱਕਦਮ ਮੈਨੂੰ ਥੋੜਾ ਜਿਹਾ ਇੱਕਦਮ ਵੀ ਆਇਆ ਕਿ ਮੈਂ ਤਾਂ ਮੈਨੂੰ ਤਾਂ ਇੱਕ ਵਰਡ ਵੀ ਨਹੀਂ ਪਤਾ ਇਸ ਚੀਜ਼ ਦਾ, ਮੈਂ ਪੜ੍ਹਾਵਾਂਗੀ ਕਿੱਦਾਂ। ਐਂਡ ਇਟ ਵਾਸ ਇੰਪੋਜ਼ਡ ਅਪਨ ਮੀ, ਮੈਂ ਇਸ ਚੀਜ਼ ਨੂੰ ਨਾ ਵੀ ਨਹੀਂ ਕਰ ਸਕਦੀ। ਉਹ ਕਹਿਣਗੇ ਤੁਸੀਂ ਕਿਉਂ ਨਾ ਕੀਤੀ, ਪਹਿਲੀ ਨੌਕਰੀ ਮੇਰੀ, ਨਵਾਂ ਕੰਮ ਸੀ। I went to the library, I got many books, 2-3 ਖਰੀਦੀਆਂ, ਪੜ੍ਹਿਆ, ਲਗਾਏ 2-4 ਦਿਨ, ਛੁੱਟੀਆਂ ਸੀਗੀਆਂ ਵਿੱਚ, ਬਾਈ ਚਾਂਸ ਆ ਗਈਆਂ, ਜੋ ਵੀ ਪਰਮਾਤਮਾ ਨੇ ਜਿੱਦਾਂ ਵੀ ਹੈਲਪ ਕੀਤੀ, ਔਰ ਪਹਿਲਾ ਚੈਪਟਰ ਤਿਆਰ ਕਰਕੇ ਮੈਂ ਗਈ। ਔਰ ਮੈਂ ਸਾਰਾ ਸਾਲ ਇੰਝ ਹੀ ਬਣਾਇਆ, ਇੱਕ ਚੈਪਟਰ ਪੜ੍ਹਾ ਨਾਲ ਹੀ ਪੜ੍ਹਾਵਾਂ, ਪੜ੍ਹਾ ਨਾਲ ਹੀ ਪੜ੍ਹਾਵਾਂ। ਉਹ ਕਰਦਿਆਂ ਵੀ ਜਿਹੜੇ ਮੇਰੇ ਜਿੰਨੇ ਵੀ ਬੱਚੇ ਸੀਗੇ, ਕੋਈ ਜ਼ਿਆਦਾ ਨਹੀਂ ਸੀਗੇ, ਦੇਰ ਆਰ ਜਸਟ 14-15 ਗਰਲਸ ਕਾਲਜ ਸੀਗਾ, ਉਹ 14-15 ਗਰਲਸ, ਸਭ ਦੇ ਹੀ 95% ਤੋਂ ਉੱਪਰ ਮਾਰਕਸ ਆਏ ਉਹਦੇ ਵਿੱਚ। ਸੋ everything is possible। ਤੁਹਾਨੂੰ ਥੋੜਾ ਜਿਹਾ ਹਾਰਡ ਵਰਕ ਕਰਨਾ, ਆਪਣੇ ਅੰਦਰ ਇੱਕ ਸੈਲਫ ਐਸਟੀਮ ਰੱਖਣੀ ਕਿ yes we can do, ਕੌਨਫੀਡੈਂਸ ਰੱਖੋ ਐਂਡ ਜਸਟ ਮੂਵ ਅਹੈਡ, ਘਬਰਾਉਣ ਦੀ ਲੋੜ ਨਹੀਂ ਹੁੰਦੀ। ਔਰ ਉਸ ਤੋਂ ਬਾਅਦ ਮੈਂ ਸਕਸੈਸ ਐਂਡ ਫੇਲੀਅਰ ਤੇ ਆ ਰਹੀ ਹਾਂ। ਸਕਸੈਸ ਐਂਡ ਫੇਲੀਅਰ ਇਜ਼ ਅ ਵੈਰੀ ਡਿਫਰੈਂਟ ਇਸ਼ੂ। ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਵੀ ਆਹ ਜਿਵੇਂ ਬਲੈਕ ਹੋਲ ਵਾਈਟ ਵਾਲੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਸੋਚ ਲਿਆ ਵੀ ਆਹੀ ਚੀਜ਼ ਸਕਸੈਸ ਹੈ, ਹੋਰ ਬਾਕੀ ਸਭ ਕੁਝ ਮੇਰਾ ਫੇਲੀਅਰ ਹੈ। ਇਸ ਤਰ੍ਹਾਂ ਨਹੀਂ ਹੁੰਦਾ।
ਹਰ ਮੋਮੈਂਟ ਤੇ ਇੱਕ ਛੋਟੇ ਬੱਚੇ ਵਾਸਤੇ ਇੱਕ ਪਾਰਟਿਕੂਲਰ ਜੇ ਉਹਨੇ ਪਾਰਟਿਕੂਲਰ ਟੌਫੀ ਖਾਣੀ ਹੈ, ਉਹਨੂੰ ਜਦੋਂ ਉਹ ਮਿਲ ਜਾਣੀ ਉਹਦੇ ਲਈ ਉਹ ਵੀ ਸਕਸੈਸ ਹੈ। ਸੋ ਐਵਰੀ ਮੋਮੈਂਟ ਦੇਰ ਇਜ਼ ਅ ਸਕਸੈਸ ਐਂਡ ਸਮਟਾਈਮਸ ਅ ਫੇਲਿਅਰ। ਇਹ ਅਸੀਂ ਲਾਈਫ ਦੇ ਵਿੱਚ ਐਵਰੀ ਡੇ ਐਵਰੀ ਮੋਮੈਂਟ ਦੇਖ ਰਹੇ ਹਾਂ। ਕੋਈ ਸਕਸੈਸ ਇੱਕ ਪਾਰਟਿਕੂਲਰ ਇੱਕ ਵੱਡੇ ਪਹਾੜ ਦਾ ਨਾਮ ਨਹੀਂ ਹੈਗਾ। ਸੋ ਇਹ ਛੋਟੀਆਂ ਛੋਟੀਆਂ ਸਕਸੈਸਿਸ ਨੂੰ ਇੰਪੋਰਟੈਂਸ ਦਿਓ ਐਂਡ ਸਟੇ ਹੈਪੀ। ਔਰ ਵੱਡੀਆਂ ਸਕਸੈਸਿਸ ਆਪੇ ਆਈ ਜਾਣੀਆਂ, ਜੋ ਤੁਹਾਡੀ ਕਿਸਮਤ 'ਚ ਲਿਖਿਆ ਤੁਹਾਨੂੰ ਮਿਲਣਾ ਹੀ ਮਿਲਣਾ, ਉਹ ਕੋਈ ਰੋਕ ਨਹੀਂ ਸਕਦਾ। ਐਂਡ ਫੇਲਿਅਰਸ ਵਿਲ ਆਲਸੋ ਬੀ देयर। ਤੁਸੀਂ ਸੋਚ ਲੈਂਦੇ ਹੋ, ਤੁਸੀਂ ਪਲਾਨ ਕਰ ਲੈਂਦੇ ਹੋ, ਬਟ ਤੁਸੀਂ ਉਹ ਨਹੀਂ ਅਚੀਵ ਕਰ ਪਾਉਂਦੇ ਬਾਈ ਚਾਂਸ, that is not called a failure actually। ਮੇਰੇ ਹਿਸਾਬ ਨਾਲ ਉਹ ਫੇਲਿਅਰ ਨਹੀਂ ਹੁੰਦਾ, that is a chance and that gives you another chance ਕਿ ਠੀਕ ਹੈ ਇਹ ਰਸਤਾ ਤੁਹਾਡੇ ਵਾਸਤੇ ਨਹੀਂ ਸੀ, move to another one। that is called how you handle your failures। ਔਰ ਉਸ ਤੋਂ ਬਾਅਦ ਇੱਕ ਸਭ ਤੋਂ ਇੰਪੋਰਟੈਂਟ ਚੀਜ਼, ਕਦੇ ਵੀ ਆਪਣੇ ਅੰਦਰੋਂ ਇਹ ਨਾ ਸੋਚੋ ਕਿ ਤੁਸੀਂ ਸਿਰਫ ਆਹੀ ਕੰਮ ਕਰ ਸਕਦੇ ਹੋ ਤੇ ਆਹ ਕੰਮ ਨਹੀਂ ਕਰ ਸਕਦੇ। ਜਦੋਂ ਤੁਸੀਂ ਇਹ ਸੋਚ ਲਿਆ ਕਿ ਕੋਈ ਵੀ ਚੀਜ਼ ਆਪਾਂ ਕਰ ਸਕਦੇ ਹਾਂ, we just need to think about it, do it, ਹੱਥੋਂ ਕੱਢਣੀ ਹੈ ਚੀਜ਼, ਕ੍ਰੀਏਟਿਵਿਟੀ ਆਉਂਦੀ ਹੈ। ਕੀਪ ਔਨ ਡੂਇੰਗ ਡਿਫਰੈਂਟ ਥਿੰਗਸ। ਕ੍ਰੀਏਟਿਵਿਟੀ, ਇਨੋਵੇਟਿਵਨੈਸ, ਛੋਟੇ ਜਿਹੇ ਜੇ ਕਿਸੇ ਬੱਚੇ, ਜੇ ਤੁਸੀਂ ਆਪਣੇ ਘਰ ਵਿੱਚ ਸੌਰੀ ਭਾਂਡੇ ਵੀ ਮਾਂਜਣੇ ਨੇ ਨਾ, ਤੇ ਉਹਦੇ ਵਿੱਚ 4 ਤਰੀਕੇ ਨੇ, ਤੇ ਤੁਸੀਂ ਕ੍ਰੀਏਟਿਵ ਤਰੀਕਾ ਲੱਭ ਸਕਦੇ ਹੋ। ਤੁਸੀਂ ਇੱਕ ਪੜ੍ਹਾਈ ਕਰਨ ਦੇ 4 ਤਰੀਕੇ ਕ੍ਰੀਏਟਿਵ ਲੱਭ ਸਕਦੇ ਹੋ। ਡੂ ਦੈਟ। ਕ੍ਰੀਏਟਿਵਿਟੀ ਪ੍ਰੈਕਟਿਸ ਕਰੋ। ਕ੍ਰੀਏਟਿਵਿਟੀ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਜਿੰਨੀ ਜ਼ਿਆਦਾ ਆਪਣੇ ਅੰਦਰ ਨਵੀਆਂ ਨਵੀਆਂ ਚੀਜ਼ਾਂ ਦੀ ਇਨੋਵੇਟਿਵਨੈਸ ਕਰੋਗੇ, ਸੈਲਫ ਐਸਟੀਮ ਵੱਧਦਾ ਹੈ ਨਾਲ ਦੀ ਨਾਲ। ਐਂਡ ਮੈਂ ਫਿਰ ਵਾਪਿਸ ਵਾਲੇ ਪੁਆਇੰਟ ਤੇ ਆ ਰਹੀ ਹਾਂ, ਹੈਂਡਲ ਹੇਟਰਡ ਐਂਡ ਅਦਰ ਨੈਗੇਟਿਵ ਇਮੋਸ਼ਨਸ, ਜਿਹੜਾ ਵਿੱਚੋਂ ਛੱਡਤਾ ਸੀ ਮੈਂ। ਇਹ ਸਾਰੀਆਂ ਚੀਜ਼ਾਂ ਅਸੀਂ ਹੈਂਡਲ ਕਰੀ ਜਾਣੀਆਂ, ਬਹੁਤ ਪੋਜ਼ਿਟਿਵ ਰਹਾਂਗੇ, ਸਭ ਕੁਝ ਹੋ ਹੀ ਜਾਏਗਾ। ਪਰ ਇੱਕ ਮਿੰਟ ਤੁਸੀਂ ਕਦੇ ਨੋਟ ਕਰਕੇ ਦੇਖਣਾ, ਤੁਹਾਡੇ ਅੰਦਰੋਂ ਜੈਲਸੀ, ਹੇਟਰਡ, ਏਦਾਂ ਦੀਆਂ ਇਮੋਸ਼ਨਸ ਆਉਣੀਆਂ ਸ਼ੁਰੂ ਹੋਈਆਂ ਨੇ, ਯੂ ਸਟਾਰਟ ਲੂਜ਼ਿੰਗ ਦ ਅਦਰਸ, ਦ ਪੋਜ਼ਿਟਿਵ ਵਨਸ। ਇਹ ਜਿਹੜੇ ਭਾਂਡੇ ਦੇ ਵਿੱਚ ਜਦੋਂ ਤੁਸੀਂ ਜਿਹੜੀ ਚੀਜ਼ ਪਾਣੀ ਹੈ, ਦੂਜੀ ਚੀਜ਼ ਸਮਾ ਨਹੀਂ ਸਕਦੀ। ਜਦੋਂ ਦੂਜੀ ਚੀਜ਼ ਪਾਣੀ ਸ਼ੁਰੂ ਕਰ ਦੇਣੀ, ਪਹਿਲੀ ਚੀਜ਼ ਨੇ ਖਰਾਬ ਹੋ ਜਾਣਾ। ਠੀਕ ਹੈ। ਸੋ ਇਹਨਾਂ ਨੂੰ, ਹੇਟਰਡ ਔਰ ਨੈਗੇਟਿਵ ਇਮੋਸ਼ਨਸ ਨੂੰ ਆਪਣੇ ਤੋਂ ਜਿੰਨਾ ਦੂਰ ਰੱਖਣ ਦੀ ਕੋਸ਼ਿਸ਼ ਕਰੋ, ਔਰ ਪੋਜ਼ਿਟਿਵ ਚੀਜ਼ਾਂ ਨੂੰ ਆਪਣੇ ਅੰਦਰ ਲੈ ਕੇ ਆਓ ਐਂਡ ਸਟੇ ਹੈਪੀ। ਹੈਪੀਨੈਸ ਇਜ਼ ਅ ਚੋਇਸ। ਹੈਪੀਨੈਸ ਡਜ਼ ਨਾਟ ਕਮ ਫਰੋਮ ਐਨੀ ਐਕਸਟਰਨਲ ਥਿੰਗ। ਕੋਈ ਬਾਹਰੋਂ ਨਹੀਂ ਤੁਹਾਨੂੰ ਆਣੀ ਹੈਪੀਨੈਸ, ਇਟ ਕਮਸ ਫਰੋਮ ਵਿਦਿਨ। And then there are certain virtues of life for others, for others। ਉਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਹੈ, ਸਭ ਤੋਂ ਪਹਿਲਾਂ ਤਾਂ ਸਾਡਾ ਬਿਹੇਵੀਅਰ, ਸਾਡੀ ਕਮਿਊਨੀਕੇਸ਼ਨ। we should communicate well with others। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ, ਜਿੱਦਾਂ ਹੁਣੇ ਸਰ ਨੇ ਤੁਹਾਨੂੰ ਦੱਸ ਕੇ ਹਟੇ ਮੇਰੇ ਲੈਕਚਰ ਤੋਂ ਪਹਿਲਾਂ, ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ, ਕੋਈ ਕਿਸੇ ਨੇ ਸਾਨੂੰ ਮੰਦਾ ਬੋਲ ਦਿੱਤਾ ਤੇ ਸਾਨੂੰ ਵੀ ਉਹ ਬੋਲਣਾ ਹੀ ਹੈ ਤੇ ਤਾਂ ਹੀ ਸਾਡੀ ਕੋਈ ਸੈਟੀਸਫੈਕਸ਼ਨ ਹੋਣੀ ਹੈ। ਕੋਈ ਜ਼ਰੂਰੀ ਨਹੀਂ ਹੁੰਦਾ। ਆਪਣਾ ਕਮਿਊਨੀਕੇਸ਼ਨ ਲੈਵਲ ਡਿਜ਼ਾਈਨ ਕਰਕੇ ਰੱਖੀਦਾ ਕਿ ਮੈਂ ਕਿਸ ਲੈਵਲ ਤੇ ਕਿਸ ਤਰ੍ਹਾਂ ਦਾ ਬਿਹੇਵ ਕਰਨਾ। ਇਹ ਬੜੀ ਵੱਡੀ ਲਾਈਫ ਮੈਨੇਜਮੈਂਟ ਹੈ, ਹਾਊ ਵੀ ਕਮਿਊਨੀਕੇਟ ਵਿਦ ਅਦਰਸ, ਐਂਡ ਵੀ ਨੀਡ ਟੂ ਲਰਨ ਇਟ। ਨੈਚੁਰਲੀ ਟਾਈਮ ਨਾਲ ਆਉਂਦੀ ਹੈ, ਬਟ ਵੀ ਨੀਡ ਟੂ ਲਰਨ। ਬਹੁਤ ਇੰਪੋਰਟੈਂਟ ਹੈ ਟੂ ਰਿਸਪੈਕਟ ਡਾਈਵਰਸਿਟੀ। ਡਾਈਵਰਸਿਟੀ ਹੁੰਦੀ ਹੈ ਕਿ ਕੋਈ ਵੀ ਇੱਕੋ ਜਿਹਾ ਨਹੀਂ ਹੁੰਦਾ ਇੱਥੇ ਆਸ-ਪਾਸ। ਸਾਡਾ ਜਿਹੜਾ ਦ ਵਰਲਡ ਅਰਾਊਂਡ ਅਸ, ਐਵਰੀਵਨ ਅਰਾਊਂਡ ਅਸ ਇਜ਼ ਡਿਫਰੈਂਟ, ਇਜ਼ ਯੂਨੀਕ। ਔਰ ਹੁਣ ਤੁਸੀਂ ਕਹੋ ਕਿ ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਉਹੀ ਦੂਸਰੇ ਹਿਸਾਬ ਨਾਲ ਸਹੀ ਹੋਏਗਾ, ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ। ਆਪ ਹਰੇਕ ਦਾ ਆਪਣਾ ਪਰਸਪੈਕਟਿਵ ਹੁੰਦਾ ਹੈ, ਔਰ ਹਰੇਕ ਚੀਜ਼ ਹੀ ਠੀਕ ਹੁੰਦੀ ਹੈ। ਠੀਕ ਹੈ, ਇੱਕ ਮੋਰਲ ਲੈਵਲ ਤੇ ਦੇਖ ਲਈਏ, ਵਟ ਇਜ਼ ਰਾਈਟ, ਵਟ ਇਜ਼ ਰੋਂਗ ਇਜ਼ ਅ ਡਿਫਰੈਂਟ ਐਸਪੈਕਟ। ਬਟ ਜੇ ਅਸੀਂ ਇਹਨੂੰ ਇੱਧਰ ਲੈਣਾ ਸ਼ੁਰੂ ਕਰ ਦਈਏ, ਨਹੀਂ ਇਹ ਇਸ ਤਰ੍ਹਾਂ ਦੇ ਲੋਕ, ਵੈਮਨ ਆਰ ਲਾਈਕ ਦੈਟ, ਗਰਲਸ ਤੇ ਇਦਾਂ ਹੀ ਬਿਹੇਵ ਕਰਦੀਆਂ, ਜਾਂ ਬॉयਜ਼ ਇਦਾਂ ਹੀ ਕਰਦੇ ਨੇ, ਜਾਂ ਇਹ ਕਮਿਊਨਿਟੀ ਇਦਾਂ ਹੀ ਕਰਦੀ ਹੈ, ਇਹ ਕਮਿਊਨਿਟੀ ਇਦਾਂ ਨਹੀਂ ਕਰਦੀ। these things should not be, encouraged। ਡਾਈਵਰਸਿਟੀ ਸਾਡੇ ਸਾਨੂੰ ਡਾਈਵਰਸਿਟੀ ਬਹੁਤ ਕੁਝ ਸਿਖਾਉਂਦੀ ਹੈ ਆਸ-ਪਾਸ। ਅਸੀਂ 4 ਭੈਣ ਭਰਾ ਵੀ ਆਪਸ ਵਿੱਚ ਡਿਫਰੈਂਟ ਹੋਵਾਂਗੇ। ਅਸੀਂ ਸਭ ਦਾ ਵਿਊ ਪੁਆਇੰਟ, ਸਭ ਦੇ ਪਰਸਪੈਕਟਿਵ ਇੰਪੋਰਟੈਂਟ ਹੁੰਦੇ ਨੇ, ਸਭ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਠੀਕ ਹੈ। ਏਜ ਵਾਈਜ਼ ਡਿਫਰੈਂਸ ਹੈ, ਘਰ ਦੇ ਵਿੱਚ ਵੱਡੇ ਛੋਟੇ ਸਭ ਹੁੰਦੇ ਨੇ। ਆਪਣੀ ਸੁਸਾਇਟੀ ਦੇ ਵਿੱਚ, ਵਰਕ ਪਲੇਸ ਤੇ ਤੁਸੀਂ ਦੇਖੋਗੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ। ਸੁਸਾਇਟੀ 'ਚ ਆਸ-ਪਾਸ ਤੁਹਾਡੇ ਕੋਲ there will be someone who is poor and you might be having more money and than him financially। ਕੋਈ ਏਦਾਂ, ਕੋਈ ਘੱਟ, ਕੋਈ ਵੱਧ ਹੋਏਗਾ। ਸਭ ਦੀ ਰਿਸਪੈਕਟ, ਡਾਈਵਰਸਿਟੀ ਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ। ਐਂਡ ਸਭ ਤੋਂ ਇੰਪੋਰਟੈਂਟ ਕਿ ਅਗੇਨ ਕਮਿੰਗ ਟੂ ਦ ਪੋਜ਼ਿਟਿਵ ਪਾਰਟ ਵਿਦ ਅਦਰਸ, जिन प्रेम कियो तिन ही प्रभ पायो। और हमेशा love the creation of God, love the people who is the creation of God, love everything which is the creation of God। जो साडे आस-पास जो सारा कुछ है सब ओदी क्रिएशन है।
ਆਪਣੇ ਅੰਦਰੋਂ ਪਿਆਰ ਨਾ ਜਾਣ ਦਿਓ। ਇਹ ਇੱਕ ਬੜੀ ਰੇਅਰ ਚੀਜ਼ ਹੈ ਅੰਦਰ ਸਾਡੇ। ਔਰ ਓਪਨ ਮਾਈਂਡ ਨਾਲ ਟਰਸਟ ਕਰੋ, ਠੀਕ ਹੈ ਧੋਖੇ ਵੀ ਮਿਲਦੇ ਨੇ, ਬਟ ਮੇ ਬੀ ਇਹ ਧੋਖਾ ਨਹੀਂ ਸੀ। ਆਪਣੇ ਅੰਦਰ ਇੱਕ ਵਿਚਾਰ ਜ਼ਰੂਰ ਰੱਖਣੀ ਐਂਡ ਕੀਪ ਲਰਨਿੰਗ। ਸਭ ਤੋਂ ਇੰਪੋਰਟੈਂਟ, ਅਸੀਂ ਆਸ-ਪਾਸ ਦੇ ਲੋਕ, ਸਾਡਾ ਜੋ ਵੀ ਸਾਡਾ ਸੋਸ਼ਲ ਸਰਕਲ ਹੈ, ਪੋਲੀਟੀਕਲ ਹੈ, ਵਰਕ ਪਲੇਸ ਹੈ, ਵਟ ਐਵਰ ਅਰਾਊਂਡ ਅਸ, ਜੇ ਅਦਰਸ ਦੀ ਗੱਲ ਕਰ ਰਹੇ ਹਾਂ, ਇੰਪੋਰਟੈਂਟ ਵਰਚੂ ਇਜ਼ ਵੀ ਕੀਪ ਔਨ ਲਰਨਿੰਗ ਫਰੋਮ ਦੈਮ। ਵੀ ਹੈਵ ਟੂ ਕੀਪ ਲਰਨਿੰਗ ਫਰੋਮ ਦੈਮ। ਅਸੀਂ ਹਰ ਮੋਮੈਂਟ ਤੇ ਆਪਣੇ ਆਸ-ਪਾਸ ਤੋਂ ਕੁਛ ਨਾ ਕੁਛ ਸਿੱਖਦੇ ਹਾਂ, ਠੀਕ ਹੈ ਜੀ। ਸੋ ਇਹ ਕੁਛ ਵਰਚੂਜ਼ ਆਫ ਲਾਈਫ ਮੈਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ। ਹੁਣ ਆਈ ਹੋਪ ਕਿ ਮੈਂ ਜੇ ਕੁਛ ਮੈਂ ਇਹਦੇ ਵਿੱਚ ਸ਼ੋ ਕਰ ਪਾਵਾਂ। ਇੱਕ ਸਟੋਰੀ ਟੈਲਿੰਗ ਸੈਸ਼ਨ ਮੈਂ ਤੁਹਾਡੇ ਵਾਸਤੇ ਇਹਦੇ ਚ ਬਣਾਇਆ ਸੀਗਾ, ਜਿਹਦੇ ਵਿੱਚੋਂ ਪਿਕਚਰਸ ਨਹੀਂ ਆ ਪਾ ਰਹੀਆਂ। ਇਸ ਵਾਰੀ ਪਿਕਚਰਸ ਦਾ ਮੇਰੀ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ। ਇਟ ਵਾਜ਼ ਅ ਵੈਰੀ ਗੁੱਡ ਸਲਾਈਡ। ਚਲੋ ਐਨੀਵੇਜ਼, ਪਿਕਚਰਾਂ ਤੁਹਾਨੂੰ ਭੇਜ ਦਾਂਗੀ, ਤੁਸੀਂ ਉਹਦੇ ਵਿੱਚ ਦੇਖਿਓ। ਆਈ ਡੋਂਟ ਨੋ ਵਟ ਹੈਪਨਡ ਟੂ ਦ ਪਿਕਚਰਸ। ਕਹਾਣੀ ਸਾਰੀ ਹੈਗੀ ਹੈ ਵਿੱਚ। ਮੈਂ ਇੱਕ ਤੁਹਾਨੂੰ ਕਹਾਣੀ ਸੁਣਾਉਣੀ ਜਾ ਰਹੀ ਹਾਂ ਹੁਣ। ਕਛੂ ਕੰਮੇ ਔਰ ਖਰਗੋਸ਼ ਦੀ ਕਹਾਣੀ ਆਪਾਂ ਸਾਰਿਆਂ ਨੇ ਸੁਣੀ ਹੋਈ ਹੈ ਵੈਸੇ। ਸੋ ਵਨਸ ਅਪਨ ਅ ਟਾਈਮ ਅ ਟਾਰਟੋਇਸ ਐਂਡ ਅ ਹੇਅਰ ਹੈਡ ਐਨ ਆਰਗੂਮੈਂਟ ਕਿ ਦੋਨਾਂ ਵਿੱਚੋਂ ਤੇਜ਼ ਕੌਣ ਹੈ। ਦੋਨੋਂ ਕਹਿਣ ਮੈਂ ਫਾਸਟੈਸਟ ਰਨਰ, ਮੈਂ ਕਰ ਸਕਦਾ, ਠੀਕ ਹੈ। ਦੋਨੋਂ ਕਹਿ ਰਹੇ ਨੇ, ਇੱਥੇ ਫੋਟੋ ਨਹੀਂ ਆ ਰਹੀ, ਠੀਕ ਹੈ। ਉਹ ਕਹਿੰਦੇ ਚਲੋ ਰੇਸ ਲਗਾਉਂਦੇ ਆ, ਠੀਕ ਹੈ ਜੀ। ਰੇਸ ਸ਼ੁਰੂ ਹੋ ਗਈ, ਸਟਾਰਟਡ ਆਫ ਦ ਰੇਸ। ਹੇਅਰ ਨੇ ਆਪਣਾ ਲੱਗਿਆ ਕਿ ਮੈਂ ਤਾਂ ਬੜਾ ਤੇਜ਼ ਭੱਜ ਰਿਹਾ ਭਾਈ, ਬੜਾ ਟਾਈਮ ਪਿਆ, ਉਹ ਤੇ ਹੌਲੀ ਹੌਲੀ ਆ ਰਿਹਾ, ਉਹਨੇ ਤਾਂ ਹਾਰਨਾ ਹੀ ਹਾਰਨਾ। ਦੇਖੋ ਆ ਗਈ ਨਾ, ਉਹਨੇ ਤਾਂ ਹਾਰਨਾ ਹੀ ਹਾਰਨਾ। ਇੱਕ ਓਵਰ ਕੌਨਫੀਡੈਂਸ ਆ ਗਿਆ, ਓਵਰ ਕੌਨਫੀਡੈਂਸ ਆਇਆ। ਟਰੀ ਦੇ ਨੀਚੇ ਬੈਠਾ ਕਿ ਚੱਲ ਮੈਂ 5 ਮਿੰਟ ਜਰਾ ਨੈਪ ਲੈ ਲਾਂ, ਫਿਰ ਉੱਠ ਕੇ ਚੰਗਾ ਹੋਰ ਭੱਜਾਂਗਾ ਫਾਸਟ। ਹੀ ਟੁਕ ਅ ਨੈਪ ਐਂਡ ਕੁਡ ਨਾਟ ਕੈਚ ਅਪ। ਓਕੇ, ਇਹ ਜਿਹੜਾ ਟਾਰਟੋਇਸ ਬੋਲ ਰਿਹਾ ਕਿ ਠੀਕ ਹੈ, ਸੋ ਇਹਨੂੰ ਸੁੱਤਾ ਰਹਿਣ ਦਈਏ। And finally, we know he sat under the tree, soon fell asleep, and tortoise overtook him, soon finished the race, and of course, becomes the champion. ਇੱਥੇ ਉਹ ਜਿੱਤ ਗਿਆ। Okay, here ਉੱਠਿਆ, he realized he has lost the race. ਠੀਕ ਹੈ। What is the moral of this story? ਬਚਪਨ ਤੋਂ ਪੜ੍ਹਦੇ ਆ ਰਹੇ ਹਾਂ that slow and steady wins the race। ਬਹੁਤੀ ਕਾਲ ਵੀ ਪਾਣ ਨੂੰ ਕਈ ਵਾਰੀ ਕੰਮ ਖਰਾਬ ਹੁੰਦਾ ਹੈ। ਸੋ ਆਪਣਾ ਸਲੋਲੀ ਸਟੈਡੀਲੀ ਚਲਦੇ ਚਲੋ, ਉਹਦੀ ਰਜ਼ਾ ਵਿੱਚ ਚਲਦੇ ਰਹੋ, ਐਂਡ ਜੇ ਜਿਹੜੀ ਚੀਜ਼ ਤੁਹਾਨੂੰ ਮਿਲਣੀ ਹੈ ਮਿਲ ਹੀ ਜਾਣੀ ਹੈ। ਸੋ ਕੀ ਸਲੋ ਐਂਡ ਸਟੈਡੀ ਵਿਲ ਡੈਫੀਨੇਟਲੀ ਵਿਨ ਦਾ ਰੇਸ। ਇਸ ਕਹਾਣੀ ਦਾ ਮੋਰਲ ਅਸੀਂ ਪੜ੍ਹਿਆ ਸੀ, ਠੀਕ ਹੈ। ਹੁਣ ਅਸੀਂ ਇਸ ਸਟੋਰੀ ਨੂੰ ਥੋੜਾ ਜਿਹਾ ਅੱਗੇ ਹੋਰ ਲੈ ਕੇ ਜਾ ਰਹੇ ਹਾਂ। ਕੀ ਹੋਇਆ ਉਸ ਤੋਂ ਬਾਅਦ ਵੀ ਕੁਝ ਹੋਇਆ। ਉਸ ਤੋਂ ਬਾਅਦ ਕੀ ਹੋਇਆ ਕਿ ਹੇਅਰ ਨੂੰ ਬੜਾ ਬੁਰਾ ਲੱਗਿਆ ਵੀ ਬਈ ਏਦਾਂ ਹੀ ਤਾਂ ਬੜੀ ਗਲਤ ਗੱਲ ਹੋ ਗਈ। ਆਪਣੀ ਸੋਲ ਸਰਚਿੰਗ ਕੀਤੀ ਉਹਨੇ ਰਿਅਲਾਈਜ਼ ਕੀਤਾ ਕਿ ਉਹਨੇ ਸਿਰਫ ਇਸੇ ਕਰਕੇ ਰੇਸ ਹਾਰੀ ਬਿਕੋਜ਼ ਹੀ ਹੈਡ ਬੀਨ ਓਵਰ ਕੌਨਫੀਡੈਂਟ ਐਂਡ ਕੇਅਰਲੈਸ, ਠੀਕ ਹੈ। ਜੇ ਉਹਨੇ ਫॉर ਗ੍ਰਾਂਟਡ ਨਾ ਲਈਆਂ ਹੁੰਦੀਆਂ ਚੀਜ਼ਾਂ ਤੇ देयर वाज नो वे ਕਿ ਟਾਰਟੋਇਸ ਕੁਡ ਹੈਵ ਬਿਟਨ ਹਿਮ। ਉਹਨੇ ਆਪਣਾ ਦੇਖੋ ਸੋਲ ਸਰਚਿੰਗ ਕੀਤੀ, ਬਾਅਦ ਅਸੀਂ ਵੀ ਕਰਨੀ ਹੈ ਕੱਲ ਨੂੰ ਜੇ ਕੁਝ ਇਸ ਤਰ੍ਹਾਂ ਦਾ ਹੋਏ, ਵੀ ਨੀਡ ਟੂ ਫਾਈਂਡ ਆਊਟ। ਉਹਨੇ ਹੁਣ ਦੁਬਾਰਾ ਆਇਆ ਟਾਰਟੋਇਸ ਕੋਲ, ਹੁਣ ਬੜਾ ਪੱਕਾ ਮਨ ਬਣਾ ਕੇ ਡਿਟਰਮਿੰਡ ਹੋ ਕੇ ਫਿਰ ਦੁਬਾਰਾ ਉਹਨੇ ਚੈਲੰਜ ਕੀਤਾ ਕਿ ਚੱਲ ਆ ਜਾ ਦੁਬਾਰਾ ਰੇਸ ਲਗਾਈਏ, ਠੀਕ ਹੈ। ਟਾਰਟੋਇਸ ਕਹਿੰਦਾ ਚੱਲ ਠੀਕ ਹੈ। ਟਾਰਟੋਇਸ ਨੂੰ ਥੋੜਾ ਓਵਰ ਕੌਨਫੀਡੈਂਸ ਹੋ ਗਿਆ, ਨੇ ਫਿਰ ਸੋ ਜਾਣਾ। ਹੁਣ ਉਧਰ ਥੋੜਾ ਜਿਹਾ ਓਵਰ ਕੌਨਫੀਡੈਂਸ ਹੋ ਗਿਆ। ਸੋ ਦਿਸ ਟਾਈਮ ਹੇਅਰ ਵੈਂਟ ਆਲ ਆਊਟ ਐਂਡ ਰੈਨ ਵਿਦਾਊਟ ਸਟਾਪਿੰਗ। ਹੁਣ ਉਹਨੇ ਤਾਂ ਸਬਕ ਸਿੱਖ ਲਿਆ ਸੀ, ਉਹ ਭੱਜਦਾ ਰਿਹਾ ਫਰੋਮ ਸਟਾਰਟ ਟੂ ਫਿਨਿਸ਼ ਐਂਡ ਹੀ ਵਨ। Naturally, ਫਿਰ ਤਾਂ ਜਿੱਤਣਾ ਹੀ ਸੀ। So what is the moral of this story now? That fast and consistent, consistency ਹੁੰਦੀ ਹੈ ਇੱਕੋ ਜਿਹਾ ਤੁਸੀਂ ਆਪਣਾ ਚੱਲਦੇ ਰਹਿਣਾ। ਉਹਦੇ ਵਿੱਚ ਕੋਈ ਬਹੁਤੀਆਂ ਉੱਪਰ ਨੀਚੇ ਚੇਂਜਸ ਜਿਹੜੀਆਂ ਨੇ ਬਹੁਤੀਆਂ ਲਿਆਉਣ ਦੀ ਲੋੜ ਨਹੀਂ ਹੁੰਦੀ। So consistently if you keep on doing hard work, ਆਪਣਾ ਜੇ ਤੁਸੀਂ ਹਾਰਡ ਵਰਕ ਰੱਖਿਆ ਹੋਇਆ, that will always beat the slow and steady. So fast and reliable and consistent ਹੋਣਾ ਵੀ equally ਜ਼ਰੂਰੀ ਹੈ। It's good to be slow and steady, but it is better to be fast and reliable. Okay, ਹੁਣ story doesn't end here. ਹੁਣ tortoise ਨੂੰ ਹੋ ਗਿਆ ਬਈ ਇਸ ਤਰ੍ਹਾਂ ਦਾ ਮੈਂ ਇਹਦਾ ਮਤਲਬ ਕਦੇ ਨਹੀਂ ਜਿੱਤ ਸਕਦਾ, ਮੇਰਾ ਕੀ ਕਸੂਰ ਹੈ ਕਿ ਜੇ ਮੇਰੀ ਸਪੀਡ ਸਲੋ ਹੈ। ਮੈਨੂੰ ਦਿਮਾਗ ਲਗਾਉਣਾ ਪਏਗਾ। This is not the way.
ਕਿ ਮੈਨੂੰ ਖਰਗੋਸ਼ ਹਮੇਸ਼ਾ ਹੀ ਰਾਂਦਾ ਰਹੇਗਾ ਹੁਣ ਸਾਰੀ ਉਮਰ ਹੀ, ਸੋ ਦਿਸ ਇਜ਼ ਨਾਟ ਗੁੱਡ। ਤੇ ਉਹਨੇ ਵੀ ਥੋੜਾ ਜਿਹਾ ਹੋਰ ਹੁਣ ਕਹਿੰਦੇ ਥੋੜਾ ਜਿਹਾ ਥਿੰਕਿੰਗ ਕੀਤੀ, ਰਿਅਲਾਈਜ਼ ਦੈਟ देयर इज नो वे he can beat the hare in the race the way it was currently formatted। ਤੇ ਜੋ ਕਰੰਟ ਫਾਰਮੈਟ ਚੱਲ ਰਿਹਾ ਉਹਦੇ ਵਿੱਚ ਤਾਂ ਨਹੀਂ ਕਰ ਸਕਦਾ। ਹੁਣ ਉਹਨੇ ਕੀ ਕੀਤਾ, ਦੇਖਿਆ ਕਿ ਉਹਦੀ ਕੰਪੀਟੈਂਸੀ ਕਿੱਥੇ ਹੈ। ਹੁਣ ਟਾਰਟੋਇਜ਼ ਦੀ ਕੰਪੀਟੈਂਸੀ ਕਿੱਥੇ ਸੀ ਕਿ ਉਹ ਤੈਰ ਸਕਦਾ ਸੀ, ਔਰ ਜੋ ਹੇਅਰ ਨੂੰ ਨਹੀਂ ਆਂਦਾ ਸੀ। ਕੋਰ ਕੰਪੀਟੈਂਸੀ ਵੇਖ ਲਈ ਆਪਣੀ ਕਿ ਮੈਂ ਕੀ ਕਰ ਸਕਦਾ। ਹੁਣ ਹਰੇਕ ਦਾ ਆਪਣਾ ਆਪਣਾ, ਹੁਣ ਐਵਰੀਬਡੀ ਅਰਾਊਂਡ ਅਸ ਇਜ਼ ਯੂਨੀਕ। ਸਾਡੀ ਆਪਣੀ ਕੋਈ ਕੋਰ ਕੰਪੀਟੈਂਸੀ ਹੈ, ਦੂਸਰੇ ਬੰਦੇ ਦੀ ਕੋਈ ਹੋਰ ਹੈ। ਉਹ ਕਹਿੰਦਾ ਕਿ ਉਹਨੂੰ ਕਿਹਾ ਕਿ ਚਲੋ ਆਪਾਂ ਰੇਸ ਲਗਾਉਂਦੇ ਆ, ਪਰ ਰਸਤਾ ਮੇਰਾ ਹੋਊਗਾ, ਰੂਟ ਆਪਾਂ ਡਿਫਰੈਂਟ ਲਾਵਾਂਗੇ। ਉਹ ਬੜਾ ਓਵਰ ਕੌਨਫੀਡੈਂਟ ਹੈ, ਕਹਿੰਦਾ ਤੂੰ ਜਿੱਥੇ ਮਰਜ਼ੀ ਲੈ ਜਾ, ਮੈਂ ਹੀ ਜਿੱਤਣਾ, ਮੈਂ ਸੌਣਾ ਹੀ ਨਹੀਂ ਰਸਤੇ 'ਚ, ਸੋ ਮੈਂ ਹੀ ਜਿੱਤਾਂਗਾ, ਡੋਂਟ ਵਰੀ, ਕਮ ਔਨ। ਕਹਿੰਦਾ ਚੱਲ ਰੂਟ ਮੇਰਾ ਆ ਹੈ ਤੇ ਇੱਥੇ ਦੇ ਉੱਥੇ ਤੱਕ ਪਹੁੰਚਾਂਗੇ ਆਪਾਂ ਇੱਕ ਪਾਰਟਿਕੂਲਰ। ਨਾਓ ਹੇਅਰ ਨੈਵਰ ਰਿਅਲਾਈਜ਼ਡ ਕਿ ਰਸਤੇ ਵਿੱਚ ਇੱਕ ਵੱਡੀ ਨਦੀ ਆ ਰਹੀ ਹੈ। ਠੀਕ ਹੈ ਜੀ, ਉਹਨੇ ਉਹ ਵਾਲਾ ਰਸਤਾ ਡਿਫਾਈਨ ਕਰ ਦਿੱਤਾ। ਜਦੋਂ ਰੇਸ ਸ਼ੁਰੂ ਹੋਈ ਤੇ ਜਦੋਂ ਨਦੀ ਦੇ ਕੋਲ ਪਹੁੰਚੇ ਤਾਂ ਹੇਅਰ ਹੈਡ ਟੂ ਸਟਾਪ ਬਿਕਾਜ਼ ਹੀ ਨੈਵਰ ਨਿਊ ਸਵਿਮਿੰਗ। ਉਹਨੂੰ ਸਵਿਮਿੰਗ ਨਹੀਂ ਆਉਂਦੀ ਸੀ। ਟਾਰਟੋਇਜ਼ ਨੇ ਹੌਲੀ ਹੌਲੀ ਸਵਿਮ ਕੀਤਾ, ਪਾਣੀ ਚੋਂ ਲੰਘਿਆ, ਅੱਗੇ ਪਹੁੰਚ ਗਿਆ, ਐਂਡ ਟਾਰਟੋਇਜ਼ won. And now once again, who has won? Tortoise. Okay, so they started off self-made commitment to be consistently fast. Hare took off, top speed te ja reha si, but ek jadon river ai, he had to stop. Utthe odi core competency jawab degi. So tortoise won the race. And what is the moral of this story now? Very important. Identify your core competence. ਤੁਸੀਂ ਕਿਸ ਚੀਜ਼ ਵਿੱਚ ਕੰਪੀਟੈਂਟ ਹੋ, ਕਿਹੜੀ ਤੁਹਾਨੂੰ ਪਰਮਾਤਮਾ ਨੇ ਸਕਿੱਲ ਬਖਸ਼ੀ ਹੈ, ਕੰਪੀਟੈਂਸੀ ਬਖਸ਼ੀ ਹੈ, ਜਾਂ ਤੁਸੀਂ ਐਕਸਪੀਰੀਐਂਸਸ ਤੁਹਾਨੂੰ ਬਖਸ਼ੇ ਨੇ, ਤੁਹਾਨੂੰ ਜੋ ਵੀ ਬਖਸ਼ਿਆ ਤੁਸੀਂ ਉਸ ਚੀਜ਼ ਨੂੰ ਆਪਣੇ ਅੰਦਰ ਡਿਸਕਵਰ ਕਰੋ। ਅਸੀਂ ਇੱਕ ਸਵੋਟ ਐਨਾਲਿਸਿਸ ਹੈ, ਤੁਸੀਂ ਲਿਖ ਕੇ ਰੱਖੋ, ਕੱਲ ਨੂੰ ਗੂਗਲ ਕਰਨਾ। ਸਵੋਟ ਐਨਾਲਿਸਿਸ SWOT ਹੁੰਦਾ, ਸਵੋਟ। ਇਹਦੇ ਵਿੱਚ ਹੁੰਦਾ ਕਿ ਅਸੀਂ ਆਪਣੀਆਂ ਸਟਰੈਂਥਸ ਕੀ ਨੇ, ਸਾਡੀਆਂ ਵੀਕਨੈਸਿਸ ਕੀ ਨੇ, ਸਾਡੇ ਅਰਾਊਂਡ ਓਪਰਚੁਨਿਟੀਜ਼ ਕੀ ਨੇ, ਤੇ ਸਾਡੇ ਥ੍ਰੈਟਸ ਕੀ ਨੇ। ਇੱਕ ਅਸੀਂ ਆਪਣਾ ਸਵੋਟ ਐਨਾਲਿਸਿਸ ਸਾਨੂੰ ਹਰ 6 ਮਹੀਨੇ ਬਾਅਦ ਕਰਨਾ ਚਾਹੀਦਾ ਹੈ। ਇਹ ਚੇਂਜ ਹੁੰਦਾ ਰਹਿੰਦਾ ਹੈ। ਸਾਡੀਆਂ ਸਟਰੈਂਥਸ ਅਸੀਂ ਕੀ ਡਿਸਕਵਰ ਕੀਤੀਆਂ ਬਦਲਦੀਆਂ ਰਹਿੰਦੀਆਂ ਨੇ। ਸਾਨੂੰ ਬੜੀ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇਹ ਚੀਜ਼ ਸਾਡੀ ਸਟਰੈਂਥ ਸੀਗੀ। ਇਹ ਸਾਨੂੰ ਹਰ 6 ਮਹੀਨੇ ਬਾਅਦ ਆਪਣਾ ਸਵੋਟ ਐਨਾਲਿਸਿਸ ਕਰਨਾ ਚਾਹੀਦਾ ਹੈ। ਸਾਡੀਆਂ ਸਟਰੈਂਥਸ ਕੀ ਨੇ, ਸਾਡੀਆਂ ਵੀਕਨੈਸਿਸ ਕੀ ਨੇ, ਕਿਹਨਾਂ ਨੂੰ ਅਸੀਂ ਓਵਰਕਮ ਕਰਨਾ, ਸਾਡੇ ਅਰਾਊਂਡ ਕੀ ਓਪਰਚੁਨਿਟੀਜ਼ ਨੇ, ਔਰ ਸਾਡੇ ਥ੍ਰੈਟ ਕੀ ਨੇ। ਅਸੀਂ ਥ੍ਰੈਟਸ ਨੂੰ ਔਰ ਵੀਕਨੈਸਿਸ ਨੂੰ ਓਵਰਕਮ ਕਰਨਾ ਹੁੰਦਾ ਹੈ। We need to work on that every time, every day, every moment. So ਫਿਰ ਸਾਨੂੰ ਕੋਰ ਕੰਪੀਟੈਂਸੀਜ਼ ਬੜੀ ਜਲਦੀ ਪਤਾ ਚੱਲਣਗੀਆਂ ਸਾਡੀਆਂ। ਫਿਰ ਅਸੀਂ ਆਪਣਾ ਜਿਹੜਾ ਪਲੇਇੰਗ ਫੀਲਡ ਹੈ ਸਾਡੇ ਅਰਾਊਂਡ ਹੈ, ਅਸੀਂ ਉਹਨੂੰ ਆਪਣੀ ਕੋਰ ਕੰਪੀਟੈਂਸੀ ਦੇ ਹਿਸਾਬ ਨਾਲ ਆਪਣਾ ਸੂਟ ਕਰਕੇ ਅਸੀਂ ਉਹਨੂੰ ਡਿਜ਼ਾਈਨ ਕਰ ਸਕਦੇ ਹਾਂ, ਅਸੀਂ ਉਹਦੇ ਤੇ ਵਰਕ ਕਰ ਸਕਦੇ ਹਾਂ। ਓਕੇ, ਸੋ ਹੋ ਗਿਆ, ਟਾਰਟੋਇਜ਼ ਜਿੱਤ ਗਿਆ ਹੁਣ ਤਾਂ ਕੋਰ ਕੰਪੀਟੈਂਸੀ ਆਪਣੀ ਲਗਾ ਕੇ। ਸਟੋਰੀ ਸਟਿਲ ਹੈਜ਼ਨਟ ਐਂਡਡ, ਹਜੇ ਵੀ ਸਟੋਰੀ ਚੱਲ ਰਹੀ ਹੈ। ਹੁਣ the hare and tortoise, ਧਿਆਨ ਨਾਲ ਪੜੋ, by this time had become pretty good friends. ਬੜੀਆਂ ਰੇਸਾਂ ਲਾ ਲੀਆਂ, ਅੱਛੇ ਫਰੈਂਡ ਹੋ ਚੁੱਕੇ ਸੀ ਹੁਣ ਤਾਂ। they used to sit together in the evening ਕਿ ਚਲੋ ਹੱਸਦੇ ਸੀਗੇ ਕਿ ਲੈ ਉਦੋਂ ਤੂੰ ਜਿੱਤਿਆ, ਤੇਰਾ ਆ ਹੋਇਆ। they used to talk about each other's strengths and weaknesses, discussion ਹੁੰਦੀ ਸੀ। ਦੋਨੋਂ ਨੇ ਰਿਅਲਾਈਜ਼ ਕੀਤਾ ਕਿ ਆਪਾਂ ਇੱਕ ਐਸੀ ਰੇਸ ਲਾਉਂਦੇ ਹਾਂ ਕਿ ਦੋਨੋਂ ਹੀ ਜਿੱਤੀਏ। ਕੋਈ ਏਦਾਂ ਦੀ ਵੀ ਹੋ ਸਕਦੀ ਹੈ ਕਿ ਦੋਨੋਂ ਜਿੱਤ ਲਈਏ ਆਪਾਂ। ਔਰ ਫਿਰ ਉਹਨਾਂ ਨੇ ਹੁਣ ਚੈਲੰਜ ਕੀ ਲਿਆ, ਇੱਕ ਦੂਜੇ ਨੂੰ ਚੈਲੰਜ ਨਹੀਂ ਲਿਆ, ਟਾਈਮ ਨੂੰ ਚੈਲੰਜ ਲਿਆ ਕਿ ਆਪਾਂ ਇੱਥੋਂ ਦੀ ਆਹੀ ਜਿਹੜਾ ਗੋਲ ਤੇਰਾ ਨਵਾਂ ਰੂਟ ਤੂੰ ਬਣਾਇਆ ਰਿਵਰ ਵਾਲਾ, ਇਹਦੇ ਵਿੱਚ ਟਾਰਟੋਇਜ਼ ਮੈਂ ਤਾਂ ਜਿੱਤ ਨਹੀਂ ਸਕਿਆ, ਮੈਂ ਤੇ ਕ੍ਰਾਸ ਹੀ ਨਹੀਂ ਕਰ ਸਕਿਆ, ਪਰ ਤੂੰ ਲਗਾਇਆ 4 ਘੰਟੇ ਲਾਏ। ਲੈਟਸ ਟਰਾਈ ਟੂ ਫਿਨਿਸ਼ ਇਟ ਇਨ 1 hour। ਇੱਕ ਚੈਲੰਜ ਰੱਖ ਲਿਆ। ਹੁਣ ਉਹ ਚੈਲੰਜ ਇੱਕ ਗੋਲ ਰੱਖ ਲਿਆ, ਐਂਡ ਦੇ ਸਟਾਰਟਡ ਵਰਕਿੰਗ ਟੂਗੇਦਰ ਔਨ ਇਟ। ਦੇ ਸਟਾਰਟਡ ਟੂਗੇਦਰ। ਤਾਂ ਆਓ ਚੱਲ ਠੀਕ ਹੈ, ਹੁਣ ਜਿੱਥੇ ਜਿੱਥੇ ਤਾਂ ਸੀਗਾ ਲੈਂਡ ਵਾਲਾ ਪੋਰਸ਼ਨ, ਉੱਥੇ ਖਰਗੋਸ਼ ਨੇ ਕਛੂਏ ਨੂੰ ਆਪਣੇ ਉੱਪਰ ਬਿਠਾ ਲਿਆ ਕਿ ਤੂੰ ਮੇਰੇ ਉੱਪਰ ਬਹਿ ਜਾ ਤੇ ਮੈਂ ਤੇਜ਼ ਭੱਜਾਂਗਾ, ਤੈਨੂੰ ਕ੍ਰੋਲ ਕਰਨ ਦੀ ਲੋੜ ਨਹੀਂ। ਬਿਠਾ ਲਿਆ। ਜਦੋਂ ਰਿਵਰ ਆਈ, ਹੁਣ ਟਾਰਟੋਇਜ਼ ਕਹਿੰਦਾ ਤੂੰ ਮੇਰੇ ਉੱਪਰ ਆ ਜਾ, ਕਿਉਂਕਿ ਸਵਿਮਿੰਗ ਤੈਨੂੰ ਨਹੀਂ ਆਉਂਦੀ। I will swim and you will be crossing through me. And they crossed it together.
and they reached it before 1 hour. This is called, what is this called? This is how we should work in life. ਇੱਕ ਦੂਜੇ ਨੂੰ ਆਪਣਾ ਚੈਲੰਜ ਬਣਾਉਣ ਦੀ ਬਜਾਏ ਸਿਸਟਮ ਨੂੰ ਚੈਲੰਜ ਬਣਾਓ, ਉਹਨੂੰ ਓਵਰਕਮ ਕਰੋ ਐਂਡ ਸਟੇ ਟੂਗੇਦਰ। ਸੋ ਪਹਿਲਾਂ ਉਹਨੇ ਉਹਦੀ ਮਦਦ ਕੀਤੀ, ਬਾਅਦ ਉਹਨੇ ਉਹਦੀ ਮਦਦ ਕੀਤੀ, ਦੋਨਾਂ ਨੇ ਆਪਣੀ ਆਪਣੀ ਕੋਰ ਕੰਪੀਟੈਂਸੀ ਯੂਜ਼ ਕੀਤੀ। ਐਂਡ what is the moral of this story? ਕਹਿੰਦੇ it is good to be individually brilliant and to have strong core competencies. Good, but innovative ideas and synergy ਹੁੰਦੀ ਹੈ। ਕਹਿੰਦੇ synergy ਦਾ ਮਤਲਬ ਹੁੰਦਾ 2 + 2 = 5 ਕਹਿੰਦੇ ਆ ਅਸੀਂ। This is the definition of synergy. ਜਦੋਂ ਅਸੀਂ ਜਿਵੇਂ 1 ਤੇ 1 11 ਪਰ ਬੜੀ ਪੁਰਾਣੀ ਕਹਾਵਤ ਚੱਲ ਰਹੀ ਹੈ, that is also an example of synergy. So we need to go for synergy. ਇੱਕ ਦੂਜੇ ਦੀਆਂ ਕੰਪੀਟੈਂਸੀਜ਼ ਨੂੰ ਰਾਦਰ ਇਕੱਠੇ ਹੋ ਕੇ ਯੂਜ਼ ਕਰੀਏ ਤੇ ਚੈਲੰਜਸ ਨੂੰ ਅਚੀਵ ਕਰੀਏ, ਰਾਦਰ ਦੈਨ ਇੱਕ ਦੂਜੇ ਦੇ ਦੁਸ਼ਮਣ ਬਣੀਏ ਅਸੀਂ। ਸੋ ਇਸ ਤਰ੍ਹਾਂ ਪੋਜ਼ਿਟਿਵਿਟੀ ਵੀ ਆਏਗੀ, ਹੇਟਰਡ ਵੀ ਅੰਦਰੋਂ ਖਤਮ ਹੋਏਗਾ, ਜੈਲਸੀਜ਼ ਵੀ ਖਤਮ ਹੋਣਗੀਆਂ। ਇਕੱਠੇ ਚੱਲਣ ਦੇ ਨਾਲ we will reach our goals much better than we will reach individually. So ਇਸ ਸਟੋਰੀ ਜਿਹੜੀ ਮੈਂ ਪੂਰੀ ਇੱਥੇ now that is the end of story. And to sum up, never give up when faced with failure. Fast and consistent होना भी जरूरी है, will always beat slow and steady. Change your strategies often, keep on changing, it is not always the same. So according to the situation change होना सीखना है आपा। We have to work to our competencies, we have to discover ourselves, अपने आप नू खोजना है, compete against the situation, not against a person or a rival। इस चीज तो दूर चलो और resources ਨੂੰ pool ਕਰਕੇ ਮਿਲ ਕੇ ਚੱਲੋ as a team, and then we will always achieve our goal. I think that's all for today. ਬਾਕੀ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ you can always ask. So Saluja sir, ਅੱਜ ਮੈਂ really thanks to you, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ and ਅੱਗੋਂ ਵੀ ਤੁਸੀਂ ਦਿੰਦੇ ਰਹੋਗੇ I hope, and I hope ਕਿ ਮੈਂ ਮਾੜਾ ਮੋਟਾ ਕੁਛ ਨਾ ਕੁਛ ਕੋਈ ਵੀ contribution ਜੇ ਕਰ ਪਾਈ ਹੋਵਾਂ I will feel really happy with that. Thank you. ਵਾਹਿਗੁਰੂ ਜੀ ਕੀ ਫਤਿਹ। ਬਹੁਤ ਰਾਹੀਂ ਡਾਕਟਰ ਰੁਪਿੰਦਰ ਕੌਰ ਜੀ ਜਿਨ੍ਹਾਂ ਨੇ ਸਾਨੂੰ ਲਾਈਫ ਬਾਰੇ ਦੱਸਿਆ, ਲਾਈਫ ਦੇ ਕੰਟੀਨਿਊਸ ਪ੍ਰੋਸੈਸ ਬਾਰੇ ਦੱਸਿਆ। ਲਾਈਫ ਕੁਆਂਟੀਟੀ ਨਹੀਂ ਬਟ ਕੁਆਲਿਟੀ ਹੈ। ਪਲਾਨ, ਆਰਗੇਨਾਈਜ਼ ਐਂਡ ਐਕਟ, ਕਿਵੇਂ ਅਸੀਂ ਗਰੋ ਕਰਨਾ ਹੈ, ਸਪਿਰਿਚੁਅਲ ਲੈਵਲ ਕਿਵੇਂ ਅਟੇਨ ਕਰਨਾ ਹੈ, ਸੈਲਫ ਕੇਅਰ ਕਿਵੇਂ ਕਰਨੀ ਹੈ, ਡਿਫਰੈਂਟ ਏਰੀਆਜ਼, ਡਿਫਰੈਂਟ ਥਾਟ ਪ੍ਰੋਸੈਸਿਸ, ਇਮੋਸ਼ਨਸ, ਵਰਚੂਸ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਸਵਾਟ ਐਨਾਲਿਸਿਸ ਦੀ ਗੱਲ ਕੀਤੀ। ਅਸੀਂ ਆਪਣੇ ਆਪ ਨੂੰ ਬਦਲਣਾ ਹੈ, ਆਪਣੇ ਆਪ ਤੇ ਕਾਨਫੀਡੈਂਸ ਕ੍ਰੀਏਟ ਕਰਨਾ ਹੈ, ਸਿਨਰਜਾਈਜ਼ ਕਰਨਾ ਹੈ, ਇੰਟੈਲੀਜੈਂਸ ਨੂੰ ਵਧਾਉਣਾ ਹੈ, ਹੈਪੀਨੈਸ ਇਜ਼ ਯੋਰ ਚੋਇਸ। ਇਹ ਸਾਰੀਆਂ ਗੱਲਾਂ ਬਹੁਤ ਵੱਡਮੁੱਲੇ ਵਿਚਾਰ ਇਹ ਡਾਕਟਰ ਰੁਪਿੰਦਰ ਕੌਰ ਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਜਦੋਂ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਬੱਚਿਆਂ ਦੇ ਟੀਚਰਸ ਦੇ ਰੂਬਰੂ ਹੋਣ ਲਈ, ਇਹ ਹਮੇਸ਼ਾ ਸਾਥ ਦਿੰਦੇ ਨੇ, ਗੁਰੂ ਨਾਲ ਜੁੜੇ ਨੇ ਤੇ ਗੁਰੂ ਦੇ ਉਦੇਸ਼ਾਂ ਮੁਤਾਬਿਕ ਚੱਲਦੇ ਨੇ ਤੇ ਹਮੇਸ਼ਾ ਇਸ ਚੀਜ਼ ਦੀ ਕਾਮਨਾ ਕਰਦੇ ਨੇ ਕਿ ਜਿੱਥੇ ਵੀ ਕੋਈ ਗੁਰੂ ਦੀ ਗੱਲ ਹੋਵੇ ਉੱਥੇ ਮੈਂ ਹਾਜ਼ਰ ਹਾਂ। ਅਸੀਂ ਇਹਨਾਂ ਦੇ ਬਹੁਤ ਮਸ਼ਕੂਰ, ਇਹਨਾਂ ਦੇ ਧੰਨਵਾਦੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫੇਰ ਇਹਨਾਂ ਦਾ ਧੰਨਵਾਦ ਕਰਦਾ ਹਾਂ। ਹੁਣ ਸਾਡੇ